शैतान दी बादशाही हैगी है कि नहीं हैगी। ਅਸੀਂ ਪ੍ਰਭੂ ਦੀ ਬਾਣੀ 'ਚ ਦੇਖਿਆ ਸੀ ਉਹਦੀ ਬਾਦਸ਼ਾਹੀ ਹੈਗੀ ਹੈ। ਨਾ ਸਿਰਫ ਉਹਦੀ ਬਾਦਸ਼ਾਹੀ ਹੈ, ਉਹ ਬਾਦਸ਼ਾਹੀ ਇੱਕ ਤਰਤੀਬ ਨਾਲ ਕੰਮ ਕਰਦੀ ਹੈ ਤੇ ਉਹਨੇ ਇਹ ਤਰਤੀਬ ਪ੍ਰਭੂ ਕੋਲੋਂ ਸਿੱਖੀ ਹੈ, ਕਿਉਂਕਿ ਉਹ ਇੱਕ ਮੁਕਰਬ ਕਰੋਬੀ ਸੀ, ਪ੍ਰਧਾਨ ਕਰੋਬੀ ਫਰਿਸ਼ਤਾ ਸੀ। ਉਹਦੇ ਕੋਲ ਸਾਰਾ ਇੰਤਜ਼ਾਮ ਸੀ, ਉਹਨੇ ਉੱਥੋਂ ਸਿੱਖਿਆ ਸੀ। ਅਸੀਂ ਦੇਖਿਆ ਕਿ ਉਹ ਕਿਸ ਤਰ੍ਹਾਂ ਕੰਮ ਕਰਦਾ। ਅੱਜ ਅਸੀਂ ਦੇਖਾਂਗੇ ਕਿ ਇਬਲੀਸ, ਸ਼ੈਤਾਨ, ਧੋਖਾ ਦੇਣ ਵਾਲਾ, ਇਲਜ਼ਾਮ ਲਾਉਣ ਵਾਲਾ, ਕਿੰਨੇ ਸਾਰੇ ਉਹਦੇ ਨਾਂ ਨੇ। ਇਹ ਸਾਡੀ ਜ਼ਿੰਦਗੀਆਂ 'ਚ ਕਿੱਦਾਂ ਕੰਮ ਕਰਦਾ, ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਆਂਦਾ ਕਿੱਦਾਂ। ਮੇਰੇ ਭਰਾਵੋ ਤੇ ਭੈਣੋ, ਜਿਹੜੇ ਸੁਣ ਰਹੇ ਹੋ, ਜਿਹੜੇ ਦੇਖ ਰਹੇ ਹੋ, ਇਹ ਗੱਲ ਆਪਣੇ ਜ਼ਿਹਨ 'ਚ ਬਿਠਾ ਲਓ, ਆਪਣੇ ਦਿਮਾਗ 'ਚ ਬਿਠਾ ਲਓ ਕਿ ਇਬਲੀਸ ਤੁਹਾਡੇ ਘਰ ਦੇ ਵਿੱਚ ਦਾਖਲ ਨਹੀਂ ਹੋ ਸਕਦਾ, ਉਹ ਤੁਹਾਡੇ ਘਰ ਦੇ ਵਿੱਚ ਨਹੀਂ ਵੜ ਸਕਦਾ ਜਿੰਨੀ ਦੇਰ ਤੱਕ ਤੁਸੀਂ ਉਹਦੇ ਵਾਸਤੇ ਬੂਹਾ ਨਹੀਂ ਖੋਲਦੇ। ਇਹ ਗੱਲ ਜ਼ਿਹਨ 'ਚ ਰੱਖੋ। ਇਬਲੀਸ ਤੁਹਾਡੇ ਦਿਲ 'ਚ ਕੀ ਚੱਲ ਰਿਹਾ ਹੈ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ, ਤੁਹਾਡੀ ਸੋਚ ਕੀ ਹੈ, ਤੁਹਾਡੀ ਪਲੈਨਿੰਗ ਕੀ ਹੈ, ਉਹਨੂੰ ਨਹੀਂ ਪਤਾ ਚੱਲਦਾ। ਉਹ ਅੰਦਾਜ਼ਾ ਲਾਉਂਦਾ, ਕਿਉਂਕਿ ਗਾਇਬ ਦਾ ਜਿਹੜਾ ਇਲਮ ਹੈ ਉਹ ਸਿਰਫ ਪ੍ਰਭੂ ਦੇ ਕੋਲ ਹੈ। ਪ੍ਰਭੂ ਹਰ ਵਕਤ ਹਰ ਜਗ੍ਹਾ ਮੌਜੂਦ ਨੇ। ਇਬਲੀਸ ਇੱਕ ਵਕਤ 'ਚ ਇੱਕ ਜਗ੍ਹਾ ਮੌਜੂਦ ਹੈ, ਜਿੱਦਾਂ ਇਨਸਾਨ ਇੱਕ ਜਗ੍ਹਾ ਤੇ ਇੱਕ ਵਾਰੀ ਮੌਜੂਦ ਖਲੋਤਾ ਹੁੰਦਾ ਹੈ। ਯਾਨੀ ਮੈਂ ਅਗਰ ਇੱਥੇ ਵਾਂ ਤੇ ਮੈਂ ਕਿਸੇ ਦੂਸਰੀ ਜਗ੍ਹਾ ਨਹੀਂ ਹੋ ਸਕਦਾ, ਲੇਕਿਨ ਪ੍ਰਭੂ ਹਰ ਜਗ੍ਹਾ ਨੇ। ਉਹ ਇੱਥੇ ਵੀ ਨੇ, ਉਹ ਅਮਰੀਕਾ ਕੈਨੇਡਾ ਵੀ ਨੇ, ਉਹ ਇੰਡੀਆ ਪਾਕਿਸਤਾਨ ਵੀ ਨੇ, श्रीलंका ਵੀ ਨੇ, ਫਾਰਿਸ ਦੇ ਮੁਲਕਾਂ 'ਚ ਵੀ ਨੇ, ਪੂਰੀ ਸ੍ਰਿਸ਼ਟੀ 'ਚ। ਦੂਜੇ ਇਤਿਹਾਸ ਲਿਖੇਗਾ ਪ੍ਰਭੂ ਦੀ ਅੱਖਾਂ ਦੁਨੀਆ ਦਾ ਚੱਕਰ ਲਾਉਂਦੀਆਂ। ਇਹ ਗੱਲ ਯਾਦ ਰੱਖੋ ਕਿ ਇਬਲੀਸ ਜਿਹੜਾ ਹੈ ਉਹ ਵੇਖਦਾ, ਸਿਰਫ ਤੁਹਾਨੂੰ ਤਾੜਦਾ ਰਹਿੰਦਾ, ਤਾਕ 'ਚ ਰਹਿੰਦਾ ਹੈਗਾ, ਵੇਖਦਾ ਰਹਿੰਦਾ। ਜਿਵੇਂ ਬਿੱਲੀ ਤੁਹਾਡੇ ਬਾਹਰ ਬੂਹੇ ਦੇ ਬਾਹਰ ਖਲੋਤੀ ਹੋਏ ਤਾਂ ਇੰਤਜ਼ਾਰ ਕਰਦੀ ਹੈ ਬੂਹਾ ਖੁੱਲੇ ਤੇ ਮੈਂ ਅੰਦਰ ਵੜ ਜਾਵਾਂ। ਕੰਧ ਵੀ ਟੱਪ ਜਾਂਦੀ ਹੈ, ਕੰਧ ਉਦੋਂ ਟੱਪਦੀ ਹੈ ਤੈਨੂੰ ਰਾਹ ਪਤਾ ਹੁੰਦਾ। ਜੇ ਕੰਧ ਬਹੁਤ ਉੱਚੀ ਹੋਏ ਤੇ ਫੇਰ ਨਹੀਂ ਟੱਪ ਸਕਦੀ। ਇਬਲੀਸ ਦਾ ਵੀ ਇਹੀ ਹਾਲ ਹੈ, ਘਾਤ ਲਾ ਕੇ ਬੈਠਾ ਹੁੰਦਾ, ਵੇਖ ਰਿਹਾ ਹੁੰਦਾ ਕਿਤੋਂ ਬੂਹਾ ਖੁੱਲੇਗਾ ਤੇ ਮੈਂ ਅੰਦਰ ਜਾਵਾਂ। ਉਹਨੂੰ ਕੋਈ ਅੰਦਾਜ਼ਾ ਨਹੀਂ ਤੁਸੀਂ ਕੀ ਸੋਚ ਰਹੇ ਹੋ, ਕੀ ਦੇਖ ਰਹੇ ਹੋ। ਉਹ ਤੁਹਾਡੀ ਗੱਲਾਂ ਤੋਂ ਅੰਦਾਜ਼ਾ ਲਾਉਂਦਾ, ਤੁਹਾਡੀ ਹਰਕਤਾਂ ਤੋਂ, ਤੁਹਾਡੀ ਹਰਕਤਾਂ ਤੋਂ ਅੰਦਾਜ਼ਾ ਲਾਉਂਦਾ ਕਿ ਕੀ ਕਰ ਰਿਹਾ। ਉਹ ਇਸੇ ਤਰ੍ਹਾਂ ਹੀ ਵੇਖਦਾ ਹੈ ਜਿੱਦਾਂ ਅਸੀਂ ਇੱਕ ਨਵੇਂ ਜਨ ਨੂੰ ਮਿਲੀਏ, ਇੱਕ ਨਵੇਂ ਮਨੁੱਖ ਨੂੰ, ਨਵੇਂ ਇਨਸਾਨ ਨੂੰ, ਨਵੇਂ ਬੰਦੇ ਨੂੰ ਮਿਲੀਏ ਤੇ ਸਾਨੂੰ ਪਤਾ ਹੀ ਨਹੀਂ ਉਹਦਾ ਸੁਭਾਅ ਕਿੱਦਾਂ ਦਾ ਹੈਗਾ, ਉਹਦੀ ਨੇਚਰ ਕੀ, ਉਹਦੀ ਫਿਤਰਤ ਕੀ ਹੈ। ਅਸੀਂ ਅੰਦਾਜ਼ਾ ਲਾਉਂਦੇ ਹਾਂ ਗੱਲਾਂ ਤੋਂ ਕਿ ਯਾਰ ਕਿਹੋ ਜਿਹਾ ਬੰਦਾ ਹੈ। ਇਬਲੀਸ ਵੀ ਇਦਾਂ ਹੀ ਕਰਦਾ। ਉਹ ਤੁਹਾਡੀ ਜ਼ਿੰਦਗੀ 'ਚ ਉਨੀ ਦੇਰ ਤੱਕ ਨਹੀਂ ਆ ਸਕਦਾ ਜਿੰਨੀ ਦੇਰ ਤੱਕ ਤੁਸੀਂ ਬੂਹਾ ਨਹੀਂ ਖੋਲਣਾ ਉਹਦੇ ਵਾਸਤੇ। ਤੇ ਜਦੋਂ ਬੂਹਾ ਖੋਲ ਦਿੱਤਾ ਤੇ ਉਹ ਅੰਦਰ, ਤੇ ਉਹਦਾ ਕੰਮ ਇੱਕੋ ਹੀ ਹੈ, ਬਿਪਤਾ 'ਚ ਪਾਣਾ, ਮੁਸੀਬਤਾਂ 'ਚ ਪਾਣਾ, ਤਕਲੀਫ ਦੇਣਾ। ਤੇ ਉਹਦਾ ਮੋਟਿਵ ਇੱਕੋ ਹੀ ਹੈ ਕਿ ਮੈਨੂੰ ਪੂਜੋ, ਮੈਨੂੰ ਪੂਜੋ। ਉਹ ਚਾਹੁੰਦਾ ਹੈ ਕਿ ਉਹਦੀ ਪ੍ਰਸਤਿਸ਼ ਕੀਤੀ ਜਾਏ। ਕਿਉਂ? ਉਹ ਪ੍ਰਭੂ ਦੀ ਸਾਰੀ ਬਾਦਸ਼ਾਹੀ ਨੂੰ ਉਦਾਂ ਹੀ ਕਾਪੀ ਕਰਦਾ ਹੈ। ਉਹ ਉਸੇ ਹੀ ਅਸੂਲਾਂ ਤੇ ਉਹਨੇ ਆਪਣੀ ਬਾਦਸ਼ਾਹੀ, ਜਿਹੜੀ ਤਰੀਕੀ ਦੀ ਬਾਦਸ਼ਾਹੀ ਹੈ, ਜਿਹੜੀ ਹਨੇਰੇ ਦੀ ਬਾਦਸ਼ਾਹੀ ਹੈ, ਉਹ ਉਹਨੇ ਉਸੇ ਤਰ੍ਹਾਂ ਹੀ ਰੱਖੀ ਹੈ ਜਿਸ ਤਰ੍ਹਾਂ ਪ੍ਰਭੂ ਦੀ। ਉਹ ਬਗੈਰ ਸਾਡੇ ਬੂਹਾ ਖੋਲੇ ਸਾਡੀ ਜ਼ਿੰਦਗੀਆਂ 'ਚ ਨਹੀਂ ਆਉਂਦਾ। ਅੱਜ ਅਸੀਂ ਦੇਖਦੇ ਹਾਂ ਕਿ ਉਹ ਕਿੰਨਾ ਕਿੰਨੇ ਰਸਤਿਆਂ ਤੋਂ ਬੂਹਾ ਖੋਲ ਕੇ ਅੰਦਰ ਆ ਜਾਂਦਾ। ਤੁਸੀਂ ਸਭ ਤਿਆਰ ਹੋ? ਯੈਸ, ਹਾਲੇਲੂਇਆ, ਹਾਲੇਲੂਇਆ। ਰੈਡੀ ਹੋ? ਫਿਰ ਦੇਖੀਏ ਫਿਰ ਕਿੱਦਾਂ ਐਂਟਰ ਹੁੰਦਾ, ਤੇ ਫਿਰ ਅਸੀਂ ਸਿੱਖਾਂਗੇ ਕਿ ਉਹ ਬੂਹੇ ਬੰਦ ਕਿੱਦਾਂ ਕਰਨੇ ਨੇ। ਅਸੀਂ ਅਗਰ ਆਪਣੇ ਅਤੀਤ ਵੱਲ ਵੇਖੀਏ, ਮਾਜ਼ੀ ਵੱਲ ਦੇਖੀਏ, ਪਾਸਟ ਵੱਲ ਦੇਖੀਏ, ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਸਾਡੇ ਦਾਦੇ ਪੜਦਾਦੇ ਜਿਹੜੇ ਸਨ ਉਹ ਮੂਰਤੀ ਪੂਜਾ ਕਰਦੇ ਸਨ, ਪ੍ਰਭੂ ਨੂੰ ਨਹੀਂ ਜਾਣਦੇ ਸਨ। ਅਗਰ ਮੈਂ ਆਪਣੀ ਗੱਲ ਕਰਾਂ, ਮੈਂ ਆਪਣੇ ਡੈਡੀ ਨੂੰ ਦੇਖਿਆ ਮਸੀਹ ਸਨ, ਮੈਂ ਆਪਣੇ ਦਾਦੇ ਨੂੰ ਦੇਖਿਆ ਮਸੀਹ ਸਨ, ਲੇਕਿਨ ਮੇਰਾ ਪੜਦਾਦਾ ਹੋ ਸਕਦਾ ਨਾ ਮਸੀਹ ਤੇ ਨਹੀਂ ਸਨ, ਕਿਉਂਕਿ ਮੇਰੀ ਗੋਦ ਸਿੱਖਾਂ ਤੋਂ ਨਿਕਲਦੀ ਹੈ। ਤੇ ਅੰਡਰਸਟੂਡ ਜੀ ਗੱਲ ਹੈ, ਮੰਨਣ ਵਾਲੀ ਗੱਲ ਹੈ ਕਿ ਉਹ ਬੁੱਤ ਪ੍ਰਸਤੀ ਕਰਦੇ ਰਹੇ ਹੋ, ਤੇ ਪ੍ਰਭੂ ਨੂੰ ਬੁੱਤ ਪ੍ਰਸਤੀ ਨਹੀਂ ਪਸੰਦ। ਹੁਣ ਸਵਾਲ ਇਹ ਪੈਂਦਾ ਜੇ ਬੁੱਤ ਪ੍ਰਸਤੀ ਉਹਨਾਂ ਨੇ ਕੀਤੀ ਤੇ ਮੇਰਾ ਉਹਦੇ ਨਾਲ ਕੀ ਤਾਲੁਕ ਹੈ? ਮੇਰਾ ਕੀ ਉਹਦੇ ਨਾਲ ਲਿੰਕ ਹੈ? ਬੁੱਤ ਪ੍ਰਸਤੀ ਤੇ ਉਹਨਾਂ ਨੇ ਕੀਤੀ ਹੈ ਤੇ ਲਿੰਕ ਮੇਰਾ ਕੀ ਹੋ ਗਿਆ? ਹੁਣ ਅਸੀਂ ਦੇਖਣਾ ਲਿੰਕ ਸਾਡੇ ਨਾਲ ਕਿਸ ਤਰ੍ਹਾਂ ਹੈਗਾ ਇਸ ਗੱਲ ਦਾ। ਇਹ ਬੁੱਤ ਪ੍ਰਸਤੀ ਕਿਹਨੇ ਕੀਤੀ ਹੈ? ਪਿਓ ਦਾਦਿਆਂ ਨੇ ਕੀਤੀ ਹੈ।
ਤੇ ਮੇਰੇ ਨਾਲ ਉਹਦਾ ਕੀ ਲਿੰਕ ਹੈ ਜੀ? ਗੁਨਾਹ ਉਹਨਾਂ ਨੇ ਕੀਤਾ, ਮੇਰਾ ਹਿਸਾਬ ਦੇਣਾ ਕੀ ਬਣਦਾ ਵੀ? ਕੀ ਖਿਆਲ ਹੈ? ਇਦਾਂ ਹੀ ਹੈ। ਕੂਚ ਦੀ ਕਿਤਾਬ ਖਰੂਜ 20 ਅਧਿਆਏ 20 ਬਾਬ 1 ਤੋਂ 6 ਐਕਸੋਡਸ ਚੈਪਟਰ 20 1 to 6 verse ਖਰੂਜ 20 ਬਾਬ 1 ਤੋਂ 6 ਆਏ। ਕੂਚ ਦੀ ਕਿਤਾਬ 20 ਅਧਿਆਏ 1 ਤੋਂ 6 ਪੜ੍ਹੀਏ। ਬਿਲਕੁਲ ਪੜੋ ਸਰ, ਜਰਾ ਕੋਸ਼ਿਸ਼ ਕਰਨਾ ਸਪੀਡ ਨਾਲ। ਫਿਰ ਪਰਮੇਸ਼ਰ ਨੇ ਸਾਰੀਆਂ ਗੱਲਾਂ ਬੋਲੀਆਂ ਕਿ ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ। ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲਿਆਂ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ, ਜਿਹੜਾ ਪਿਓ ਦਾਦੇ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਜਿਉਂਦਾ ਹਾਂ। ਆਮੇਨ ਆਮੇਨ ਆਮੇਨ। ਠੀਕ ਹੈ ਜੀ। ਇੱਥੇ ਕੀ ਲਿਖਿਆ ਹੈ? ਪ੍ਰਭੂ ਕਹਿੰਦੇ ਨੇ ਚੌਥੇ ਅਧਿਆਇ ਤੋਂ ਛਠੇ ਅਧਿਆਇ ਤੱਕ ਕਿ ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਣਾ, ਯਾਨੀ ਕਿ ਤੁਸੀਂ ਕੋਈ ਮੂਰਤੀ ਨਹੀਂ ਬਣਾਣੀ। ਠੀਕ ਹੈ। ਅਗਰ ਯਰਮੀਆ ਦੀ ਕਿਤਾਬ ਅਸੀਂ ਪੜ੍ਹੀਏ ਤੇ ਯਰਮੀਆ ਦੀ ਕਿਤਾਬ 'ਚ ਲਿਖਿਆ ਹੈ ਕਿ ਤੁਸੀਂ ਲੱਕੜ ਦੇ ਨੂੰ ਕੱਟਦੇ ਹੋ, ਉਹਦੀ ਮੂਰਤ ਬਣਾਉਂਦੇ ਹੋ, ਉਹਦੇ ਵਿੱਚ ਸੋਨਾ ਚਾਂਦੀ ਲਾ ਕੇ ਤੇ ਕੀ ਕਰਦੇ ਹੋ? ਉਹਦੀ ਪੂਜਾ ਕਰਦੇ ਹੋ ਤੇ ਮੈਨੂੰ ਗੁੱਸਾ ਦਿਵਾਉਂਦੇ ਹੋ। ਅੰਗਰੇਜ਼ੀ 'ਚ ਕਿਹਾ ਰਹਿੰਦਾ ਹੈਗਾ ਗॉड ਇਜ਼ ਅ ਜੈਲਸ ਗॉड। ਖੁਦਾ ਨੂੰ ਜਲਨ ਹੁੰਦੀ ਹੈ, ਗੁੱਸਾ ਆਉਂਦਾ ਹੈ। ਜ਼ਿੰਦਾ ਪਰਮੇਸ਼ਵਰ ਕੌਣ ਹੈ? ਸਾਡਾ ਯਹੋਵਾ ਪਰਮੇਸ਼ਰ। ਸਾਡਾ ਯਹੋਵਾ ਪਰਮੇਸ਼ਵਰ। ਯਸਾਇਆ 42:8 ਚ ਕਹਿੰਦਾ ਹੈ ਕਿ ਮੇਰਾ ਨਾਂ ਯਹੋਵਾ ਵੇ। ਯਹੋਵਾ ਕਿਸੇ ਹੋਰ ਦਾ ਨਾਂ ਨਹੀਂ। ਬਹੁਤ ਸਾਰੇ ਖੁਦਾ ਹੈ ਨੇ। ਅਬਲੀਸ ਨੂੰ ਕਿਹਾ ਗਿਆ ਕਿ ਤੂੰ ਦੁਨੀਆ ਦਾ ਪ੍ਰਭੂ ਹੈਗਾ, ਸ੍ਰਿਸ਼ਟੀ ਦਾ ਪ੍ਰਭੂ ਹੈਗਾ ਤੂੰ। ਬੜੇ ਦੇਵੀ ਦੇਵਤਾ ਨੇ ਜਿਨ੍ਹਾਂ ਨੂੰ ਖੁਦਾ ਕਿਹਾ ਮੰਨਦੇ ਨੇ ਲੋਕ, ਮਗਰ ਸਾਡਾ ਪ੍ਰਭੂ ਜ਼ਿੰਦਾ ਹੈ ਤੇ ਉਹਦਾ ਨਾਂ ਕੀ ਹੈ? ਯਹੋਵਾ। ਯਹੋਵਾ। ਯਸਾਇਆ ਦੀ ਪੋਥੀ 42:8 ਚ ਲਿਖਿਆ ਕਿ ਮੇਰਾ ਨਾਂ ਯਹੋਵਾ ਪ੍ਰਭੂ ਆਪ ਕਹਿੰਦੇ ਨੇ। ਤੇ ਇੱਥੇ ਕੀ ਕਹਿੰਦਾ ਉਹ? ਕਿ ਤੁਸੀਂ ਪਹਿਲੇ 2 ਹੁਕਮ 10 ਹੁਕਮਾਂ ਵਿੱਚੋਂ ਪਹਿਲੇ 2 ਹੁਕਮ ਤੁਸੀਂ ਤੋੜ ਦਿੱਤੇ ਤੇ ਉਹਦੀ ਸਜ਼ਾ ਕਿੱਥੋਂ ਤੱਕ ਜਾਏਗੀ? ਤੀਜੀ ਤੇ ਚੌਥੀ ਪੀੜ੍ਹੀ ਤੱਕ ਉਹ ਸਜ਼ਾ ਜਾਣੀ ਏ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਗੁਨਾਹ ਉਹਨਾਂ ਨੇ ਕਰ ਦਿੱਤਾ, ਮੇਰੇ ਪਿਓ ਦਾਦਿਆਂ ਨੇ, ਸਜ਼ਾ ਮੈਨੂੰ ਮਿਲਣੀ ਪਈ ਹੈ। ਅੱਛਾ, ਉਹ ਗੁਨਾਹ ਉਹਨਾਂ ਦੇ ਅਕਾਊਂਟ ਦਾ, ਉਹ ਪਾਪ ਉਹਨਾਂ ਦੇ ਅਕਾਊਂਟ ਦਾ, ਮਗਰ ਸਜ਼ਾ ਮੇਰੇ ਤੱਕ ਆਣ ਡਈ, ਮੇਰੇ ਤੋਂ ਅਗਲੀ ਪੀੜ੍ਹੀ ਤੱਕ ਜਾਣ ਡਈ। ਲੇਕਿਨ ਉਹਦਾ ਹੱਲ ਹੈ। ਉਹਦਾ ਹੱਲ ਕੀ ਹੈ? ਕੋਈ ਜਾਣ ਦੱਸੇਗਾ? ਉਹਦਾ ਹੱਲ ਪ੍ਰਭੂ ਯਿਸੂ ਦਾ ਪਾਕ ਪਵਿੱਤਰ ਲਹੂ ਹੈ। ਉਹ ਲਹੂ ਜਿਹੜਾ ਉਹਨੇ ਕ੍ਰੋਸ ਤੇ ਤੁਹਾਡੀ ਤੇ ਮੇਰੀ ਖਾਤਰ ਬਹਾ ਦਿੱਤਾ। ਉਹਨੇ ਕੋਈ ਗੁਨਾਹ ਨਹੀਂ ਕੀਤਾ ਸੀ, ਮਗਰ ਉਹ ਸਾਡੇ ਪਾਪਾਂ ਦੀ ਖਾਤਰ ਉੱਥੇ ਗਿਆ। ਤੇ ਜਦੋਂ ਸਾਡੇ ਕੋਲ ਹੱਲ ਹੈਗਾ, ਅਗਰ ਅਸੀਂ ਉਹ ਹੱਲ ਨਹੀਂ ਕਰਦੇ ਤੇ ਫਿਰ ਅਸੀਂ ਗੁਨਾਹਗਾਰ ਹੈਗੇ ਆ। ਫਿਰ ਅਸੀਂ ਉਹੀ ਸਜ਼ਾ ਜਿਹੜੇ ਸਾਡੇ ਪਿਓ ਦਾਦਿਆਂ ਨੇ ਕੀਤੀ ਉਹਦੀ ਸਜ਼ਾ ਅਸੀਂ ਲਵਾਂਗੇ, ਸਾਡੀ ਆਉਣ ਵਾਲੀ ਪੀੜ੍ਹੀ ਵੀ ਲਵੇਗੀ। ਲੇਕਿਨ ਜਦੋਂ ਅਸੀਂ ਪਵਿੱਤਰ ਆਤਮਾ ਦੇ ਦੁਆਰੇ ਪ੍ਰਭੂ ਦੇ ਹਜ਼ੂਰ ਆਵਾਂਗੇ, ਕਿਉਂਕਿ ਪਵਿੱਤਰ ਆਤਮਾ ਸਾਡੇ ਲਈ ਸਿਫਾਰਿਸ਼ ਕਰਦਾ ਹੈ, ਰੋ ਰੋ ਕੇ ਆਹਾਂ ਭਰ ਭਰ ਕੇ ਪ੍ਰਭੂ ਦੇ ਹਜ਼ੂਰ ਸਾਡੀ ਸ਼ਫਾਅਤ ਕਰਦਾ ਹੈ ਸਾਡੇ ਗੁਨਾਹਾਂ ਦੀ ਬਖਸ਼ਿਸ਼ ਲਈ। ਤੇ ਜਦੋਂ ਅਸੀਂ ਪਵਿੱਤਰ ਬੇਟੇ ਦਾ ਯਿਸੂ ਦਾ ਲਹੂ ਆਪਣੇ ਉੱਤੇ ਮੰਗ ਲਵਾਂਗੇ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਇਹ ਪਹਿਲਾ ਦਰਵਾਜ਼ਾ ਹੈ ਜਿਹੜਾ ਖੁੱਲਿਆ ਚਲਿਆ ਆਂਦਾ ਹੈ ਪਿਓ ਦਾਦਿਆਂ ਤੋਂ। ਠੀਕ ਹੈ। ਇਸ ਕਰਕੇ ਇਸ ਦਰਵਾਜ਼ੇ ਨੂੰ ਅਸੀਂ ਬੰਦ ਕਰਨਾ ਹੈ। ਬੰਦ ਕਰਨ ਦਾ ਤਰੀਕਾ ਕੀ? ਪ੍ਰਭੂ ਯਿਸੂ ਦਾ ਲਹੂ ਮੰਗ ਲਓ ਆਪਣੇ ਉੱਤੇ, ਆਪਣੀ ਆਉਣ ਵਾਲੀ ਪੀੜ੍ਹੀਆਂ ਉੱਤੇ, ਕਿ ਪ੍ਰਭੂ ਤੁਸੀਂ ਇਹਨੂੰ ਆਪਣੇ ਲਹੂ ਨਾਲ ਧੋਣਾ ਹੈ। ਧੁੱਪੇਗਾ, ਕਿਉਂਕਿ ਪ੍ਰਭੂ ਕਹਿੰਦੇ ਨੇ ਮੰਗ ਮੇਰੇ ਕੋਲੋਂ ਤੇ ਮੈਂ ਤੈਨੂੰ ਦਵਾਂਗਾ। ਤੇ ਪ੍ਰਭੂ ਯਿਸੂ ਨੇ ਕਿਹਾ ਮੇਰੇ ਨਾਂ ਤੋਂ, ਮੇਰੇ ਪਿਓ, ਮੇਰੇ ਬਾਪ ਤੋਂ ਜੋ ਵੀ ਮੰਗੋਗੇ, ਈਮਾਨ ਰੱਖੋਗੇ ਤੇ ਕੀ ਹੋਏਗਾ? ਮਿਲ ਜਾਵੇਗਾ। ਇਸ ਵਾਸਤੇ ਅਸੀਂ ਉਸ ਇਲਜ਼ਾਮ ਤੋਂ, ਉਸ ਪਾਪ ਤੋਂ ਜਿਹੜੇ ਸਾਡੇ ਪਿਓ ਦਾਦਾ ਨੇ ਕੀਤਾ, ਉਹਦੇ ਤੋਂ ਕਿਦੋਂ ਬਰੀ ਹੋਵਾਂਗੇ, ਕਿਦੋਂ ਛੁੱਟਾਂਗੇ? ਜਦੋਂ ਅਸੀਂ ਪ੍ਰਭੂ ਯਿਸੂ ਦੇ ਅਧੀਨ ਹੋ ਜਾਵਾਂਗੇ, ਉਹਨੂੰ ਮੰਨ ਲਵਾਂਗੇ। ਠੀਕ ਹੋ ਗਿਆ ਜੀ। ਦੂਸਰਾ ਪੁਆਇੰਟ ਜਿਹਦੇ ਨਾਲ ਅਸੀਂ ਬੂਹਾ ਖੋਲਦੇ ਹਾਂ, ਕਿਹਦੇ ਵਾਸਤੇ ਬੂਹਾ ਖੋਲਨੇ ਆ? ਅਬਲੀਸ ਵਾਸਤੇ, ਸ਼ੈਤਾਨ ਵਾਸਤੇ, ਧੋਖਾ ਦੇਣ ਵਾਲੇ ਵਾਸਤੇ।
ਇਲਜ਼ਾਮ ਲਾਉਣ ਵਾਲੇ ਵਾਸਤੇ, ਠੀਕ ਹੈ, ਉਹਦੇ ਵਾਸਤੇ ਅਸੀਂ ਬੂਹਾ ਖੋਲ੍ਹਨੇ ਸ਼ਖਸੀ ਤੌਰ ਤੇ, ਸ਼ਖਸੀ ਤੌਰ ਤੇ ਅਸੀਂ ਉਹਦੇ ਵਾਸਤੇ ਬੂਹਾ ਖੋਲ੍ਹਦੇ ਹਾਂ। ਅੰਗਰੇਜ਼ੀ ਦੀ ਇੱਕ ਕਹਾਵਤ ਹੈਗੀ ਹੈ ਜਿਹਦਾ ਮਤਲਬ ਹੈਗਾ ਵੇ ਕਿ ਜਦੋਂ ਤੁਸੀਂ ਕਿਸੇ ਭੈੜੇ ਬੰਦੇ ਦੇ ਨਾਲ ਵਾਸਤਾ ਰੱਖਦੇ ਹੋ ਨਾ, ਉਹਦੇ ਨਾਲ ਕੋਈ ਤਾਲੁਕ ਰੱਖਦੇ ਹੋ ਨਾ, ਤੇ ਉਹਦੇ ਤੋਂ ਫਾਸਲਾ ਰੱਖਿਆ ਕਰੋ, ਦੂਰ ਰਿਹਾ ਕਰੋ। ਮਗਰ ਅਬਲੀਸ ਨਾਲ ਜਦੋਂ ਤੁਸੀਂ ਵਾਸਤਾ ਰੱਖ ਲੈਣਾ ਤੇ ਕਿਆ ਉਹ ਦੂਰ ਰਹੇਗਾ ਤੁਹਾਡੇ ਤੋਂ? ਤੁਸੀਂ ਉਹਨੂੰ ਉਂਗਲੀ ਫੜਾਓਗੇ, ਤੁਹਾਡੀ ਪੂਰੀ ਬਾਹ ਖਿੱਚ ਕੇ ਲੈ ਜਾਏਗਾ, ਉਹ ਤੁਹਾਨੂੰ ਨਹੀਂ ਛੱਡੇਗਾ, ਉਹ ਤੁਹਾਨੂੰ ਮੁਸੀਬਤਾਂ 'ਚ ਪਾਵੇਗਾ, ਤਕਲੀਫ ਦੇਵੇਗਾ, ਡਰਾਏ ਧਮਕਾਏਗਾ। ਉਹਦੇ ਕੋਲ ਇੱਕੋ ਹੀ ਹਥਿਆਰ ਹੈਗਾ ਸੀ ਜਿਹੜਾ ਯਿਸੂ ਨੇ ਉਹਦੇ ਕੋਲੋਂ ਲੈ ਲਿਆ ਉਹਦੇ ਕੋਲੋਂ। ਉਹ ਹਥਿਆਰ ਕੀ ਸੀ? ਮੌਤ ਦਾ, ਮੌਤ ਦੇ ਡਰਾਵੇ ਦਾ ਹਥਿਆਰ। ਪ੍ਰਭੂ ਯਿਸੂ ਨੇ ਆਪਣੀ ਜਾਨ ਦੇ ਕੇ ਤੀਜੇ ਦਿਨ ਮੁਰਦਿਆਂ ਤੋਂ ਜ਼ਿੰਦਾ ਹੋ ਕੇ ਪਤਾਲ 'ਚ ਜਾ ਕੇ ਨਾ ਸਿਰਫ ਆਪਣੀ ਫਤਹ ਦਾ ਐਲਾਨ ਕੀਤਾ, ਉਹਦੇ ਕੋਲੋਂ ਮੌਤ ਦੀਆਂ ਕੁੰਜੀਆਂ ਵੀ ਲੈ ਲਈਆਂ। ਹਾਲੇਲੂਇਆ। ਤੇ ਫਤਹ ਦਾ ਨਾਰਾ ਲੈ ਕੇ ਉਹ ਕੈਦੀ ਰੂਹਾਂ ਨੂੰ ਵੀ ਛੁਡਾ ਕੇ ਪ੍ਰਭੂ ਪਿਤਾ ਕੋਲ ਲੈ ਗਿਆ। ਇਸ ਵਾਸਤੇ ਸਾਨੂੰ ਬੜਾ ਧਿਆਨ ਨਾਲ ਚੱਲਣਾ ਹੈ, ਬਹੁਤ ਧਿਆਨ ਨਾਲ। ਸਤਿਸ਼ਨਾ ਦੇ ਵਿੱਚ ਲਿਖਿਆ ਹੈ, ਬਿਪਤਾ ਦੇ ਸਾਥ ਵਿੱਚ ਲਿਖਿਆ 18 ਅਧਿਆਏ 10 ਤੋਂ 12 तो पढ़ेगा। बिपता का साथ 18 अध्याय 10 तो 12, स्तिशना 18 बाब 10 तो 12, डिट्रोनॉमी 18 चैप्टर 10 to 12 वर्स। तो पढ़ेगा जी 18 बाब 10 तो 12। ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ, ਜਾਂ ਕੋਈ ਫਾਲ ਪਾਉਣ ਵਾਲਾ, ਮੂਰਤ ਵੇਖਣ ਵਾਲਾ, ਮੰਤਰੀ ਜਾਂ ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿਨ੍ਹਾਂ ਤੋਂ ਪੁੱਛਾ ਲੈਣ ਵਾਲਾ, ਦੇਵਤਾ ਦਾ ਯਾਰ ਜਾਂ ਭੂਤਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਇਹ ਕੰਮ ਕਰੇ ਉਹ ਯਹੋਵਾ ਅੱਗੇ ਘਰਾਉਣਾ ਹੈ, ਅਤੇ ਇਹਨਾਂ ਘਰਾਉਣੇ ਕੰਮਾਂ ਦੇ ਕਾਰਨ ਯਹੋਵਾ ਤੁਹਾਡਾ ਪਰਮੇਸ਼ਰ ਉਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਹੈ। थैंक यू। इतने की लिखे है, मैं उर्दू च पढ़ देना ताकि ज्यादा आसान हो जाए देखने वाले भी सुनने वालों की। तुझ में हरगिज कोई ऐसा ना हो जो अपने बेटे या बेटी को आग में चलवाए, या फालगीर या शगुन निकालने वाला, या अफसूनगर या जादूगर या मंत्री या जिन्नात का आशना या रिमाल या साहिर हो, क्योंकि वो सब जो ऐसे काम करते हैं खुदावंद के नजदीक मकरू हैं, और इन्हीं मकरूआत के सबब से खुदावंद तेरा खुदा उनको तेरे सामने से निकालता है। ठीक है जी। ਅਸੀਂ ਕੀ ਕਰਨੇ ਆ ਜਦੋਂ ਅਸੀਂ ਕੋਈ ਭੈੜਾ ਕੰਮ ਕਰਨੇ ਆ, ਇਬਲੀਸ ਦੀ ਬੂਹਾ ਖੁੱਲ ਜਾਂਦਾ ਹੈ। ਤੇ ਸਪੈਸ਼ਲੀ ਅਸੀਂ ਬੁੱਤ ਪ੍ਰਸਤੀ, ਜਾਦੂਗਰੀ ਦਾ ਕਰਨੇ ਆ। ਪਹਿਲੇ ਅਸੀਂ ਆਪਣੇ ਪਿਓ ਦਾਦਿਆਂ ਨੂੰ ਦੇਖਿਆ, ਹੁਣ ਅਸੀਂ ਆਪਣੀ ਗੱਲ ਕਰਨੀ, ਅਸੀਂ ਆਪਣੀ ਗੱਲ ਕਰਨੀ। ਬਗਾਵਤ ਜਿਹੜੀ ਏ ਉਹ ਜਾਦੂਗਰੀ ਦੇ ਮੁਤਾਬਿਕ ਬਿਲਕੁਲ ਬਰਾਬਰ ਹੈ। ਬਗਾਵਤ ਤੇ ਜਾਦੂਗਰੀ ਬਰਾਬਰ ਜੇ। ਪਹਿਲਾ ਸੈਮੂਅਲ 23 ਬਾਬ ਉਹਦੇ 15 ਅਧਿਆਇ ਚ ਲਿਖਿਆ, ਸੌਰੀ 15 ਬਾਬ 23 ਅਧਿਆਇ 15 ਅਧਿਆਇ 23 ਬਾਬ ਆਇਤ ਦੇ ਵਿੱਚ ਕਿ ਬਗਾਵਤ ਜਿਹੜੀ ਏ ਉਹ ਜਾਦੂਗਰੀ ਦੇ ਮੁਤਾਬਿਕ। ਤੇ ਬਗਾਵਤ ਕੀ ਹੈ? ਅਸੀਂ ਪ੍ਰਭੂ ਦੇ ਹੁਕਮ ਨੂੰ ਜਦੋਂ ਨਹੀਂ ਮੰਨਦੇ, ਉਹ ਬਗਾਵਤ ਹੈ। ਹੁਣ ਇੱਕ ਟ੍ਰੈਫਿਕ ਰੂਲ ਬਣਿਆ ਕਿ ਤੁਸੀਂ ਸਿਗਨਲ ਨਹੀਂ ਤੋੜਨਾ। ਅਸੀਂ ਜੇ ਸਿਗਨਲ ਤੋੜਿਆ, ਅਸੀਂ ਗਲਤ ਕੀਤਾ, ਜਾਣਬੁੱਝ ਕੇ ਕੀਤਾ। ਉਹ ਕੀ ਹੋ ਗਈ? ਰੂਲ ਦੀ ਖਿਲਾਫ ਵਰਜ਼ੀ ਹੋ ਗਈ। ਤੁਸੀਂ ਉਹ ਜਿਹੜਾ ਰੂਲ ਅਸੂਲ ਬਣਿਆ ਉਹਨੂੰ ਤੋੜ ਦਿੱਤਾ। ਇਸੇ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਜਦੋਂ ਕੋਈ ਭੈੜਾ ਕੰਮ ਕਰਨੇ ਆ ਨਾ, ਤੇ ਪ੍ਰਭੂ ਤੋਂ ਅਸੀਂ ਦੂਰ ਹੋ ਜਾਂਦੇ ਆ। ਪ੍ਰਭੂ ਨੇ ਇਸੇ ਵਾਸਤੇ ਜਾਦੂਗਰਾਂ, ਫਾਲਗਰਾਂ, ਇਹਨਾਂ ਸਭ ਤੋਂ ਮਕਰੂ ਕਿਹਾ, ਉਹਨਾਂ ਨੂੰ ਲਾਂਤੀ ਕਿਹਾ ਕਿ ਉਹਨਾਂ ਨੂੰ ਕੱਢੋ, ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਐਂਟਰ ਨਾ ਹੋਣ ਦਿਓ। ਇਸਰਾਈਲ ਨੇ ਬਹੁਤ ਗੁਨਾਹ ਕੀਤਾ ਬੁੱਤ ਪ੍ਰਸਤੀ ਦਾ। ਮੈਂ ਇੱਕ ਤਾਰੀਖਦਾਨ ਦੀ ਸਟੇਟਮੈਂਟ ਪੜ੍ਹਨਾ ਪਿਆ ਸਾਂ ਤੇ ਮੈਨੂੰ ਬੜਾ ਸ਼ੌਕ ਲੱਗਾ ਉਦੋਂ ਸਟੇਟਮੈਂਟ ਪੜ੍ਹ ਕੇ। ਉਹ ਲਿਖਦਾ ਵੇ, ਬੜੇ ਧਿਆਨ ਨਾਲ ਸੁਣਨਾ, ਉਹ ਲਿਖਦਾ ਵੇ ਅਮੂਰੀਆਂ ਬਾਰੇ, ਮੁਨੱਸੀ ਬਾਦਸ਼ਾਹ ਦੇ ਦੌਰ ਦੇ ਵਿੱਚ। ਉਹ ਅਮੂਰੀਆਂ ਬਾਰੇ ਲਿਖਦਾ ਕਿ ਅਮੂਰੀਆਂ ਦਾ ਜਿਹੜਾ ਦੇਵਤਾ ਸੀ ਉਹਦਾ ਨਾਮ ਸੀ ਮਰਲੋਕ। ਠੀਕ ਹੈ। ਤੇ ਉਹਨੇ ਇੱਕ ਸਪੈਸ਼ਲ ਵਾਦੀ ਬਣਾਈ ਸੀ
ਵਾਦੀ ਸਮਝਦੇ ਕਿ ਇਲਾਕਾ ਉਹਨੇ ਮੁੰਤਖਬ ਕੀਤਾ ਸੀ ਜਿੱਥੇ ਉਹਦੀ ਪੂਜਾ ਕਰਦੇ ਸੀ। ਉੱਥੇ ਉਹਨੇ ਲੋਹੇ ਦੇ ਵੱਡੇ ਵੱਡੇ ਉਹਦੇ ਮੁਜੱਸਮੇ ਰੱਖੇ ਸੀ, ਬੁੱਤ ਰੱਖੇ ਸਨ ਲੋਹੇ ਦੇ, ਉਹਨਾਂ ਦੇ ਥੱਲੇ ਅੱਗ ਬਾਲੀ ਜਾਂਦੀ ਸੀ ਤੇ ਉਹਨਾਂ ਦੇ ਹੱਥ ਇੰਜ ਹੁੰਦੇ ਸਨ, ਉਹਨਾਂ ਬੁੱਤਾਂ ਦੇ ਹੱਥ ਇੰਜ ਹੁੰਦੇ ਸਨ। ਤੇ ਉਹ ਕੀ ਕਰਦਾ ਸੀ, ਮਨੱਸੀ ਨੇ ਇੱਥੋਂ ਤੀਕਰ ਕੀਤਾ, ਉੱਥੇ ਬਕਾਇਦਾ ਇੱਕ ਸੈਰੇਮਨੀ ਕੀਤੀ ਜਾਂਦੀ ਸੀ, ਪੂਰਾ ਇੱਕ ਜਿਸ ਤਰ੍ਹਾਂ ਅਸੀਂ ਭਵਨ ਚ ਆਏ ਆ ਇਸ ਤਰ੍ਹਾਂ ਉਹਨੇ ਉਸ ਭਵਨ ਟਾਈਪ ਦਾ ਬਣਾਇਆ ਸੀ। ਤੇ ਉੱਥੇ ਡਰਮ, ਢੋਲ ਵਜਾਉਣ ਵਾਲੇ, ਗਾਣ ਵਾਲੇ, ਅੱਗ ਰੱਖ ਕੇ ਧੂਆਂ ਬਾਲਣ ਵਾਲੇ, ਨੱਚਣ ਵਾਲੇ ਸਭ ਉਹਨੇ ਅਰੇਂਜ ਕੀਤਾ ਸੀ। ਤੇ ਉਹਨੇ ਆਪਣੇ ਬੱਚੇ ਉਸ ਦੇਵਤਾ ਦੀ ਇੱਥੇ ਬਾਹਾਂ ਦੇ ਵਿੱਚ ਰੱਖਿਆ, ਥੱਲੋਂ ਅੱਗ ਬਾਲੀ ਜਾਂਦੀ ਸੀ ਉਹਦੇ ਥੱਲੇ ਤੇ ਇਹ ਬਾਹਾਂ ਉਹਦੀਆਂ ਗਰਮ ਹੋਈ ਕਿਉਂਕਿ ਲੋਹਾ ਸੀ, ਉਹ ਗਰਮ ਹੋ ਜਾਂਦੇ ਸੀ, ਉਹਦੇ ਉੱਤੇ ਬੱਚੇ ਨੂੰ ਰੱਖਿਆ ਜਾਂਦਾ ਸੀ। ਤੇ ਉਸ ਬੱਚੇ ਦੀ ਉਹ ਲਿਖਣ ਵਾਲਾ ਲਿਖਦਾ, ਜਦੋਂ ਤੁਸੀਂ ਪੜ੍ਹਦੇ ਹੋ ਨਾ ਤੇ ਉਦੋਂ ਤੇ ਬਿਲਕੁਲ ਹੀ ਨਾ, ਮੈਂ ਦੱਸ ਨਹੀਂ ਸਕਦਾ ਤੁਹਾਡੀ ਫੀਲਿੰਗ ਕੀ ਹੁੰਦੀ ਉਹਨੂੰ ਪੜ੍ਹਨ ਦੀ, ਬੜੀ ਭਿਆਨਕ ਫੀਲਿੰਗ ਹੁੰਦੀ ਹੈ। ਤੇ ਉਦੋਂ ਉਸ ਬੱਚੇ ਦੀ ਚੀਖੋ ਪੁਕਾਰ ਨਾਲ ਉਹ ਪੂਰਾ ਇਲਾਕਾ ਗੂੰਜ ਜਾਂਦਾ ਸੀ ਤੇ ਦਿਲ ਹਿਲਾ ਦੇਣ ਵਾਲੀ ਚੀਖਾਂ ਨਾਲ ਬੱਚਾ ਰੋਂਦਾ ਸੀ ਤੇ ਉਹ ਕੁਰਬਾਨੀ ਦਿੰਦਾ ਸੀ, ਕਰਵਾਉਂਦਾ ਸੀ ਮਨੱਸੀ। ਉਸ ਇਲਾਕੇ ਦਾ ਨਾਂ ਹਿਨਮ ਸੀ, ਬਾਅਦ ਚ ਉਸ ਇਲਾਕੇ ਦਾ ਨਾਂ ਪੈ ਗਿਆ ਗੈਨਾ। ਗੈਨਾ ਦਾ ਮਤਲਬ ਹੈਗਾ ਨਰਕ, ਹੈਲ, ਜਹੰਨਮ, ਦੋਜ਼ਖ। ਇਸ ਕਰਕੇ ਪ੍ਰਭੂ ਨੇ ਕਿਹਾ ਸੀ ਕਿ ਤੁਸੀਂ ਕੋਈ ਸੂਰਤ ਮੂਰਤ ਨਹੀਂ ਬਣਾਣੀ ਕਿਉਂਕਿ ਜ਼ਿੰਦਾ ਪਰਮੇਸ਼ਵਰ ਯਹੋਵਾ ਇੱਕੋ ਹੀ ਹੈ। ਤੇ ਉਹ ਕੌਣ ਹੈ? ਯਹੋਵਾ ਪਰਮੇਸ਼ਵਰ। ਇਸ ਕਰਕੇ ਆਪਣੇ ਆਪ ਨੂੰ ਕਿਸੇ ਐਸੇ ਗੱਲ 'ਚ ਨਹੀਂ ਪੈਣ ਦੇਣਾ ਜਿਹਦੇ ਨਾਲ ਯਹੋਵਾ ਦੀ ਅਗੇਂਸਟ ਹੋ ਜਾਓ, ਤੁਸੀਂ ਉਹਦੇ ਵਿਰੁੱਧ ਹੋ ਜਾਓ। ਠੀਕ ਹੈ। ਦੂਸਰੀ ਗੱਲ, ਅਸੀਂ ਸਿਤਾਰਿਆਂ ਦੇ ਬੜੇ ਸ਼ੌਕੀਨ ਹੁੰਦੇ ਆ। ਬਹੁਤਾ ਲੋਕਾਂ ਦਾ ਅੰਦਾਜ਼ ਦੇਖਦੇ ਆ, ਟੀਵੀ ਤੇ ਪ੍ਰੋਗਰਾਮ ਚੱਲ ਰਿਹਾ, ਸਾਡੇ ਤਾਰੇ ਕੀ ਕਹਿੰਦੇ ਨੇ, ਕਿਸੇ ਦਾ ਏਰੀਜ਼ ਹੈਗਾ, ਕਿਸੇ ਦਾ ਸੈਜੀਟੇਰੀਅਸ ਹੈ, ਕਿਸੇ ਦਾ ਕੈਪਰੀਕॉर्न ਹੈ, ਕਿਸੇ ਦਾ ਸਕੋਰਪੀਓ ਹੈ, ਸਿਤਾਰੇ ਸਭ ਦੇ। ਤੇ ਅਸੀਂ ਬੜੇ ਸ਼ੌਕ ਨਾਲ ਦੇਖਦੇ ਹਾਂ ਪ੍ਰੋਗਰਾਮ ਕਿ ਬਾਬਾ ਜੀ ਇਹ ਪ੍ਰੋਗਰਾਮ ਚੱਲ ਰਿਹਾ, ਅਸੀਂ ਦੇਖਦੇ ਹਾਂ ਅੱਜ ਸਾਡਾ ਦਿਨ ਕਿਸ ਤਰ੍ਹਾਂ ਦਾ ਲੰਘੇਗਾ ਜਾਂ ਸਾਡਾ ਹਫਤਾ ਕਿਸ ਤਰ੍ਹਾਂ ਦਾ ਲੰਘੇਗਾ। ਅਸੀਂ ਅਖਬਾਰ ਵਿੱਚੋਂ ਵੀ ਪੜ੍ਹਨੇ ਆ ਯਾਰ ਕਿਸ ਤਰ੍ਹਾਂ ਸਾਡਾ ਲੱਗੇਗਾ। ਪ੍ਰਭੂ ਨੂੰ ਇਹ ਗੱਲ ਵੀ ਪਸੰਦ ਨਹੀਂ ਹੈ, ਪ੍ਰਭੂ ਇਹਨੂੰ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਉਹ ਹੋਰੋਸਕੋਪ ਵੇਖ ਕੇ, ਉਹ ਹਫਤੇ ਪੂਰੇ ਦੀ ਦੇਖ ਕੇ ਕਿ ਇਹ ਸਾਡਾ ਹਫਤਾ ਕਿੱਦਾਂ ਦਾ ਲੰਘੂਗਾ, ਉਹਨੇ ਲਿਖਿਆ ਹੁੰਦਾ ਹੈ, ਅਸੀਂ ਉਹਦੇ ਤੇ ਰਿਲਾਈ ਕਰਨ ਲੱਗ ਪੈਂਦੇ। ਅਸੀਂ ਪ੍ਰਭੂ ਤੇ ਵਿਸ਼ਵਾਸ ਹੀ ਨਹੀਂ ਰੱਖਦੇ, ਪ੍ਰਭੂ ਤੇ ਈਮਾਨ ਹੀ ਨਹੀਂ, ਪ੍ਰਭੂ ਤੇ ਯਕੀਨ ਹੀ ਨਹੀਂ। ਕੀ ਕਹਿੰਦੇ ਨੇ ਇਹਨੂੰ? ਰਾਸ਼ੀ ਫਲ। ਹਾਂਜੀ, ਰਾਸ਼ੀ ਫਲ ਪੰਜਾਬੀ ਚ, ਯਾਨੀ ਇੰਡੀਅਨ ਪੰਜਾਬੀ ਚ ਇਹਨੂੰ ਕਹਿੰਦੇ ਨੇ ਰਾਸ਼ੀ ਫਲ। ਅਸੀਂ ਇਹਨੂੰ ਕਹਿੰਦੇ ਆ ਹੋਰੋਸਕੋਪ ਵੇਖਣਾ, ਇੰਗਲਿਸ਼ ਚ ਆਪਣੇ ਸਿਤਾਰਿਆਂ ਦੀ ਦੇਖਣਾ, ਆਪਣੇ ਜੀਵਨ ਪਰ ਦੇਖਣਾ। ਲੇਕਿਨ ਪ੍ਰਭੂ ਕੀ ਕਹਿੰਦੇ ਨੇ? ਪ੍ਰਭੂ ਕਹਿੰਦੇ ਨੇ ਫਿਲਿੱਪੀਓ ਦੇ ਖੱਤ ਵਿੱਚ ਪੱਤਰੀ, ਫਿਲਿੱਪੀਓ ਦੀ ਪੱਤਰੀ 4 ਬਾਬ ਉਹਦਾ 6 ਅਧਿਆਇ, ਕੋਈ ਪੜੇਗਾ 6:3 ਨਾਲ। ਫਿਲਿੱਪੀਓ 4 ਬਾਬ ਅਧਿਆਇ 4:6 ਆਏ, ਚੈਪਟਰ 4 ਵਰਸ 6। ਮੈਂ ਪੜ੍ਹ ਦੇਣਾ ਵਾ, ਜਦੋਂ ਕਰ ਲੋਗੇ ਫਿਰ ਤੁਸੀਂ ਪੰਜਾਬੀ ਚ ਪढ़ना। कहता उसे लिखे कि किसी बात की फिक्र ना करो, बल्कि हमारी दरख्वास्तें, तुम्हारी दरख्वास्तें मिन्नत और शुक्रगुजारी के साथ खुदा के सामने होनी चाहिए रखो, तो खुदा तानू इत्मीनान बख्शदा है ਜਿਹੜਾ ਸਮਝ ਤੋਂ ਬਿਲਕੁਲ ਬਾਹਰ ਹੈਗਾ। ਤੇ ਸਾਡੇ ਖਿਆਲਾਂ ਨੂੰ ਮਸੀਹ ਯਿਸੂ ਮਹਿਫੂਜ਼ ਰੱਖੇ, ਦੁਆ ਦੇ ਨਾਲ। ਉਹ ਕਹਿੰਦਾ ਤੇ ਪਹਿਲਾ ਪਤਰਸ 5 ਬਾਬ ਦੇ ਵਿੱਚ ਉਹ ਕਹਿੰਦਾ ਕਿ ਆਪਣੀਆਂ ਫਿਕਰਾਂ ਕਿਤੇ ਤੇ ਪਾ ਦਿਓ, ਯਹੋਵਾ ਪਰਮੇਸ਼ਵਰ। ਪਰਮੇਸ਼ਵਰ ਤੇ ਕਹਿੰਦਾ ਆਪਣੇ ਫਿਕਰਾਂ ਯਹੋਵਾ ਤੇ ਪਾ ਦਿਓ, ਉਹਨੂੰ ਤੁਹਾਡਾ ਖਿਆਲ ਹੈ, ਉਹਨੂੰ ਤੁਹਾਡੀ ਫਿਕਰ ਹੈਗੀ ਹੈ। ਲੇਕਿਨ ਅਸੀਂ ਤੇ ਹੋਰੋਸਕੋਪ ਵੇਖ ਕੇ ਪ੍ਰਭੂ ਦੇ ਇਸ ਵਾਅਦੇ ਤੋਂ ਪਿੱਛੇ ਹੋ ਜਾਂਦੇ, ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਯਾਰ ਪ੍ਰਭੂ ਨੇ ਇਹ ਵਾਅਦਾ ਕੀਤਾ ਹੈ। ਤੇ ਪ੍ਰਭੂ ਆਪਣੇ ਵਾਅਦੇ ਦਾ ਸੱਚਾ ਖੁਦਾ ਹੈ। ਯਰਮੀਆ ਦੀ ਕਿਤਾਬ 'ਚ ਲਿਖਿਆ ਹੈ ਕਿ ਉਹ ਆਪਣੇ ਕਲਾਮ ਦੀ ਖਾਤਰ ਜਾਗਦਾ ਰਹਿੰਦਾ ਉਹਨੂੰ ਪੂਰਾ ਕਰਨ ਵਾਸਤੇ। ਉਹ ਸੌਂਦਾ ਨਹੀਂ ਹੈ, ਸਾਡਾ ਪਰਮੇਸ਼ਵਰ ਸੌਂਦਾ ਨਹੀਂ ਹੈ। ਤੇ ਉਹਦੀ ਗੱਲ ਜਿਹੜੀ ਹੈ ਉਹ ਬਦਲ ਨਹੀਂ ਸਕਦੀ, ਉਹਦਾ ਇਰਾਦਾ ਜਿਹੜਾ ਬਦਲ ਨਹੀਂ ਸਕਦਾ, ਅਟਲ ਹੈ। ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈਗੀ? ਲੇਕਿਨ ਸਾਨੂੰ ਆਪ ਫਿਕਰ ਹੁੰਦੀ ਹੈ ਯਾਰ, ਅਸੀਂ ਸੋਚਦੇ ਯਾਰ ਅਸੀਂ ਮੁਸਤਕਬਲ 'ਚ ਕੀ ਕਰਾਂਗੇ, ਆਉਣ ਵਾਲੇ ਵਕਤ 'ਚ ਕੀ ਕਰਾਂਗੇ, ਆਉਣ ਵਾਲੇ ਸਮੇਂ 'ਚ ਪਤਾ ਨਹੀਂ ਹਾਲਾਤ ਖਰਾਬ ਨੇ, ਪੈਸਾ ਹੋਏਗਾ ਨਹੀਂ ਹੋਏਗਾ, ਨੌਕਰੀ ਹੋਏਗੀ ਨਹੀਂ ਹੋਏਗੀ, ਬਿਜ਼ਨਸ ਹੋਵੇਗਾ ਨਹੀਂ ਹੋਵੇਗਾ, ਇੱਦਾਂ ਹੀ ਸੋਚਦੇ ਆ ਨਾ ਜੀ।
ਹੁਣ ਅੱਗੇ ਕ੍ਰਿਸਮਸ ਆ ਰਿਹਾ, ਪਤਾ ਨਹੀਂ ਕ੍ਰਿਸਮਸ ਤੇ ਕਿੰਨਾ ਕੁ ਖਰਚਾ ਹੋ ਜਾਊਗਾ, ਕੀ ਹੋਵੇਗਾ, ਸਾਨੂੰ ਮਿਲੇਗਾ ਨਹੀਂ ਮਿਲੇਗਾ। ਅਸੀਂ ਆਪਣੀਆਂ ਫਿਕਰਾਂ ਪ੍ਰਭੂ ਤੇ ਪਾਣਾ ਚਾਹੁੰਦੇ ਹੀ ਨਹੀਂ। ਅਸੀਂ ਆਪ ਆਪਣੇ ਦਿਮਾਗ ਨਾਲ ਸੋਚਦੇ ਹਾਂ, ਅਸੀਂ ਆਪ ਆਇਨਸਟਾਈਨ ਬਣ ਜਾਂਦੇ ਆ, ਅਸੀਂ ਆਪ ਵੱਡੇ ਸਾਇੰਸਦਾਨ ਬਣ ਜਾਂਦੇ ਆ। ਲੋ ਜੀ ਅਸੀਂ ਹੱਲ ਕੱਢ ਲਾਂਗੇ ਆਪ ਹੀ ਆਪਣੀ ਸੋਚ ਨਾਲ। ਤੇ ਜਦੋਂ ਤੁਸੀਂ ਆਪਣੀ ਸੋਚ ਕਰਨੀ ਤੇ ਪ੍ਰਭੂ ਨੇ ਕਹਿਣਾ ਕਿ ਪਹਿਲੇ ਤੂੰ ਆਪਣੀ ਸੋਚ ਸੋਚ ਲੈ, ਜਦੋਂ ਥੱਕ ਕੇ ਆਵੇਂਗਾ ਫਿਰ ਗੱਲ ਕਰ। ਪ੍ਰਭੂ ਉੱਥੇ ਹੀ ਨੇ, ਅਸੀਂ ਉਹਦੀ ਹਜ਼ੂਰੀ ਚੋਂ ਉਹਦੇ ਸਾਹਮਣੇ ਉਹ ਨਿਕਲ ਜਾਈਦਾ। ਉਹ ਸਾਨੂੰ ਨਹੀਂ ਛੱਡਦੇ, ਅਸੀਂ ਛੱਡ ਦਿੰਦੇ ਹਾਂ ਆਪਣੀ ਗਲਤੀਆਂ ਨਾਲ। ਇਸ ਤਰ੍ਹਾਂ ਅਸੀਂ ਦਰਵਾਜ਼ੇ ਖੋਲਨੇ ਆ ਕਿਹਦੇ ਵਾਸਤੇ? ਅਬਲੀਸ ਵਾਸਤੇ, ਸ਼ੈਤਾਨ ਵਾਸਤੇ, ਕਿ ਉਹ ਕੀ ਕਰੇ? ਦਾਖਲ ਹੋ ਜਾਏ। ਤੇ ਜਦੋਂ ਉਹ ਆ ਜਾਂਦਾ ਤੇ ਉਹਦਾ ਕੰਮ ਕੀ ਹੈ? ਮੁਸੀਬਤਾਂ ਦੇਣਾ, ਤਕਲੀਫ ਦੇਣਾ, ਡਰਾਣਾ ਕਿ ਮੈਨੂੰ ਪੂਜੋ, ਮੈਂ ਇਹ ਗਾਵਾਂ। ਉਹ ਤੇ ਮਸੀਹ ਨੂੰ ਲੈ ਗਿਆ ਸੀ ਤੇ ਮਸੀਹ ਨੂੰ ਕਹਿੰਦਾ ਸੀ ਕਿ ਬਈ ਤੈਨੂੰ ਮੈਂ ਸਾਰੀ ਦੁਨੀਆ ਸ਼ਾਨੋ ਸ਼ੌਕਤ ਦੇ ਦਾਂਗਾ, ਤੂੰ ਮੈਨੂੰ ਸਜਦਾ ਕਰ ਦੇ, ਤੂੰ ਮੈਨੂੰ ਸਿੱਧੇ ਨੂੰ ਕਹਿੰਦੇ ਮੱਥਾ ਟੇਕ ਦੇ, ਮੈਨੂੰ ਪੂਜ। ਕਿਆ ਅਬਲੀਸ ਨੂੰ ਨਹੀਂ ਪਤਾ ਸੀ ਕਿ ਇਹ ਕੌਣ ਹੈ? ਉਹਨੂੰ ਪਤਾ ਸੀ, ਕਿਉਂਕਿ ਜਦੋਂ ਮਸੀਹ ਆਪਣੀ ਖਿਦਮਤ 'ਚ ਹੈਗੇ ਸਨ ਤੇ ਉਹ ਬਦਰੂਆਂ ਕੱਢਣ ਲੱਗੇ ਸਨ। ਇੱਕ ਸ਼ਖਸ ਦੇ ਵਿੱਚ ਲੀਜਨ ਸੀ, 6000 ਬਦਰੂਆਂ ਸਨ ਉਹਦੇ ਅੰਦਰ, ਲਸ਼ਕਰ ਸੀ ਪੂਰਾ। ਤੇ ਉਹਨੇ ਕੀ ਆਇਆ? ਉਹਨਾਂ ਨੇ ਕਿਹਾ ਤੂੰ ਵਕਤ ਤੋਂ ਪਹਿਲੇ ਹੀ ਸਾਨੂੰ ਅਜ਼ਾਬ 'ਚ ਪਾਣ ਆ ਗਿਆ। ਇੱਕ ਬੈਰੀਅਰ ਹੈ, ਰੂਲ ਦੇ ਮੁਤਾਬਿਕ ਚੱਲਦਾ ਹੈ। ਜਦੋਂ ਅਬਲੀਸ ਸਾਡੀ ਜ਼ਿੰਦਗੀ 'ਚ ਵੜਦਾ ਹੈ ਨਾ, ਤੇ ਉਹ ਪਵਿੱਤਰ ਆਤਮਾ ਜਦੋਂ ਪ੍ਰਭੂ ਦਾ ਦਾਸ ਸਾਹਮਣੇ ਹੁੰਦਾ ਹੈ, ਪ੍ਰਭੂ ਦੇ ਦਾਸ ਦੇ ਅੰਦਰ ਤੇ ਪਵਿੱਤਰ ਆਤਮਾ ਕੰਮ ਕਰ ਰਹੇ ਨੇ ਨਾ, ਤਾਂ ਫਿਰ ਉਹ ਪਵਿੱਤਰ ਆਤਮਾ ਨੂੰ ਜਵਾਬ ਦਿੰਦਾ ਹੈ ਕਿ ਮੈਂ ਲੀਗਲ ਤੌਰ ਤੇ ਆਇਆ ਵਾਂ, ਇਹਨੇ ਮੈਨੂੰ ਆਪ ਹੀ ਆਣ ਦਿੱਤਾ ਤੇ ਮੈਂ ਆਇਆ ਵਾਂ। ਉਹਦੇ ਕੋਲ ਲੀਗਲ ਡਾਕੂਮੈਂਟ ਹੈ, ਇਹਨੇ ਇਕਰਾਰ ਕੀਤਾ। ਕਿਸ ਤਰ੍ਹਾਂ? ਉਸੇ ਤਰ੍ਹਾਂ ਜਦੋਂ ਅਸੀਂ ਬਪਤਿਸਮਾ ਲੈਂਦੇ ਆ ਪਾਣੀ ਦਾ, ਅਸੀਂ ਇਕਰਾਰ ਕਰਨੇ ਆ ਕਾਹਦਾ? ਕਿ ਮੈਂ ਗੁਨਾਹਗਾਰ ਹਾਂ, ਮੈਂ ਗੁਨਾਹ ਕੀਤੇ ਨੇ, ਮੈਂ ਆਪਣੇ ਗੁਨਾਹਾਂ ਤੋਂ ਤੌਬਾ ਕਰਨਾ ਵਾ, ਤੇ ਮੈਂ ਇਹ ਵੀ ਮੰਨਣਾ ਵਾ ਕਿ ਯਿਸੂ ਮਸੀਹ ਕੌਣ ਨੇ? ਖੁਦਾ ਦੇ ਪੁੱਤਰ ਨੇ। ਇਸੇ ਤਰ੍ਹਾਂ ਅਬਲੀਸ ਵੀ ਦੱਸਦਾ ਕਿ ਜੀ ਮੈਂ ਉਵੇਂ ਨਹੀਂ ਆਇਆ, ਮੈਂ ਲੀਗਲ ਤਰੀਕੇ ਨਾਲ ਆਇਆ ਵਾਂ, ਮੈਂ ਐਵੇਂ ਹੀ ਆ ਨਹੀਂ ਗਿਆ। ਇਹਨੇ ਮੈਨੂੰ ਐਕਸੈਪਟ ਕੀਤਾ ਤੇ ਮੈਂ ਆਇਆ ਵਾਂ, ਇਹਨੇ ਮੈਨੂੰ ਕਬੂਲਿਆ ਤੇ ਮੈਂ ਆਇਆ ਵਾਂ। ਉਦਾਂ ਨਹੀਂ ਹੋਵੇਗਾ। ਤੇ ਕਬੂਲਣ ਦਾ ਮਤਲਬ ਕੀ ਹੈ? ਤੁਸੀਂ ਗੁਨਾਹ ਦੇ ਨਾਲ ਬੂਹਾ ਖੋਲ ਦਿੱਤਾ, ਨੂੰ ਕਿਹਾ ਤੂੰ ਐਂਟਰ ਹੋ, ਗ੍ਰਹਿਣ ਕਰਨਾ, ਆ ਕੇ ਜੋ ਮਰਜ਼ੀ ਕਰ। ਇਹ ਉਸੇ ਤਰ੍ਹਾਂ ਹੀ ਹੈ ਜਿੱਦਾਂ ਆਦਮ ਨੇ ਤੇ ਹਵਾ ਦੇ ਟਾਈਮ ਦੇ ਵਿੱਚ ਸੱਪ ਨੂੰ ਅਬਲੀਸ ਨੇ ਕਿਹਾ ਕਿ ਮੈਂ ਤੈਨੂੰ ਵਰਤਣਾ ਹੈ, ਕਿਉਂਕਿ ਲਿਖਿਆ ਕਿ ਸੱਪ ਬੜਾ ਚਲਾਕ ਤੇ ਹੁਸ਼ਿਆਰ ਸੀ, ਤੇ ਅਬਲੀਸ ਨੇ ਕਿਹਾ ਮੈਂ ਤੈਨੂੰ ਵਰਤਣਾ ਹੈ, ਤੇ ਉਹਨੇ ਅਬਲੀਸ ਨੂੰ ਕਿਹਾ ਓਕੇ ਤੂੰ ਮੈਨੂੰ ਵਰਤ ਲੈ। ਜਦੋਂ ਅਸੀਂ ਉਤਪੱਤੀ ਦੇਖਦੇ ਹਾਂ ਉੱਥੇ 4 ਸਜ਼ਾਵਾਂ ਮਿਲੀਆਂ ਸੀ, ਆਦਮ ਨੂੰ, ਹਵਾ ਨੂੰ, ਅਬਲੀਸ ਨੂੰ ਤੇ ਸੱਪ ਨੂੰ। ਸੱਪ ਉਦੋਂ ਰੀਂਗਦਾ ਨਹੀਂ ਸੀ, ਮਿੱਟੀ ਨਹੀਂ ਖਾਂਦਾ ਸੀ, ਤੋੜਦਾ ਸੀ। ਇਸੇ ਤਰ੍ਹਾਂ ਅਸੀਂ ਬੂਆ ਖੋਲ੍ਹਨੇ ਐਂਟਰ ਹੋ ਜਾਂਦਾ, ਤੇ ਫਿਰ ਜਦੋਂ ਐਂਟਰ ਹੁੰਦਾ ਉਦੋਂ ਬਹੁਤ ਮੁਸ਼ਕਿਲ ਫੀਲ ਕਰਦਾ। ਉਸ ਤੋਂ ਬਾਅਦ ਜਿਹੜਾ ਬੜਾ ਕਾਮਨ ਫੈਕਟਰ ਹੈਗਾ ਸਾਡੀ ਜ਼ਿੰਦਗੀਆਂ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ, ਉਹ ਕੀ ਹੈ? ਜਦੋਂ ਕੋਈ ਮਹਿਲਾ ਗਰਭਵਤੀ ਹੁੰਦੀ ਹੈ, ਜਦੋਂ ਕੋਈ ਔਰਤ ਪ੍ਰੈਗਨੈਂਟ ਹੁੰਦੀ ਹੈ, ਹਾਮਲਾ ਹੁੰਦੀ ਹੈ, ਜ਼ਾਹਿਰ ਉਹਦੇ ਅੰਦਰ ਇੱਕ ਰੂਹ ਹੁੰਦੀ ਹੈ, ਕਿਉਂਕਿ ਸਾਡੇ ਅੰਦਰ ਰੂਹ ਹੈ, ਅਸੀਂ ਰੂਹ ਦੇ ਨਾਲ ਜ਼ਿੰਦਾ ਹਾਂ। ਠੀਕ ਹੈ। ਹੁਣ ਜਦੋਂ ਕੋਈ ਮਸਲਾ ਹੋ ਜਾਂਦਾ ਹੈ, ਘਰਾਂ 'ਚ ਜ਼ਿਆਦਾ ਮਸਲਾ ਹੀ ਰਹਿੰਦੇ ਨੇ, ਜਦੋਂ ਨਵੇਂ ਨਵੇਂ ਵਿਆਹ ਹੁੰਦੇ ਨੇ ਤੇ ਲੜਾਈਆਂ ਝਗੜੇ ਹੀ ਰਹਿੰਦੇ ਨੇ, ਜਾਂ ਕੋਈ ਗਲਤਕਾਰੀ ਹੋ ਗਈ, ਉਸ ਸੂਰਤ ਦੇ ਵਿੱਚ ਇੱਕ ਖੌਫ ਦੀ ਰੂਹ ਰਹਿੰਦੀ ਹੈ ਉਸ ਬੀਬੀ ਦੇ ਅੰਦਰ। ਫੈਮਿਲੀ ਪਲੈਨਿੰਗ ਕੀਤੀ ਸੀ, ਫੈਮਿਲੀ ਪਲੈਨਿੰਗ ਦਾ ਕਨਸੈਪਟ ਖਰਾਬ ਹੋ ਗਿਆ, ਇੱਕ ਖੌਫ ਆ ਗਿਆ। ਅੱਜ ਕੱਲ੍ਹ ਲੋਕ ਕੀ ਕਰਦੇ ਨੇ, ਅਸੀਂ 2-4 ਸਾਲ ਲਈ ਪਲੈਨਿੰਗ ਕਰ ਲਈਏ, ਅਸੀਂ ਇਹ ਚੀਜ਼ਾਂ ਲੈ ਲਵਾਂਗੇ ਤੇ ਫਿਰ ਅਸੀਂ ਬੇਬੀ ਜਿਹੜਾ ਨਾ ਉਹ ਪਲਾਨ ਕਰਾਂਗੇ। ਇਹ ਨਵਾਂ ਕਨਸੈਪਟ ਚੱਲਦਾ ਪਿਆ ਨਾ ਇਹਨਾਂ ਕੇਸਿਸ ਦੇ ਵਿੱਚ। ਜਾਂ ਪੈਸੇ ਦੀ ਕਮੀ ਹੈ, ਕਿੱਲਤ ਹੈ, ਪਹਿਲੇ ਬੱਚੇ ਬਹੁਤ ਨੇ, ਇੱਕ ਹੋਰ ਬੱਚਾ ਆ ਗਿਆ, ਤਦ ਵੀ ਖੌਫ ਹੈਗਾ, ਇਹਨੂੰ ਫੀਡ ਕਿਸ ਤਰ੍ਹਾਂ ਕਰਾਂਗੇ, ਇਹਨੂੰ ਖਵਾਵਾਂਗੇ ਕਿਸ ਤਰ੍ਹਾਂ, ਇਹਨੂੰ ਪੜ੍ਹਾਵਾਂਗੇ ਕਿਸ ਤਰ੍ਹਾਂ, ਇਹਦੀ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਕਰਾਂਗੇ। ਤੇ ਉਹ ਖੌਫ ਦੀ ਰੂਹ ਜਿਹੜੀ ਹੈ ਉਸ ਬੱਚੇ ਦੇ ਅੰਦਰ ਐਂਟਰ ਹੋ ਜਾਂਦੀ ਹੈ। ਤੇ ਪ੍ਰਭੂ ਨੇ ਸਾਨੂੰ ਖੌਫ ਦੀ ਰੂਹ ਨਹੀਂ ਦਿੱਤੀ, ਇਹ ਗੱਲ ਜ਼ਿਹਨ 'ਚ ਰੱਖੋ। ਪ੍ਰਭੂ ਨੇ ਸਾਨੂੰ ਭੈ ਦੀ ਰੂਹ ਨਹੀਂ ਦਿੱਤੀ,
ਉਹਨੇ ਸਾਨੂੰ ਦਲੇਰੀ ਦੀ ਰੂਹ ਦਿੱਤੀ ਹੈ, ਹਿਕਮਤ ਦੀ ਰੂਹ ਦਿੱਤੀ ਹੈ, ਤਰਬੀਅਤ ਦੀ ਰੂਹ ਦਿੱਤੀ ਹੈ। ਅਸੀਂ ਦੇਖਦੇ ਕਿੱਥੇ ਲਿਖਿਆ ਹੈ, ਲੇਕਿਨ ਪਹਿਲੇ ਦੋ ਰੂਹਾਂ ਉਸ ਬੱਚੇ ਦੇ ਅੰਦਰ ਚਲੀਆਂ ਜਾਂਦੀਆਂ ਨੇ। ਇੱਕ ਪਹਿਲੀ ਰੂਹ ਕਿਹੜੀ ਜਾਂਦੀ ਹੈ? ਭੈ ਦੀ। ਤੇ ਦੂਜੀ ਰੂਹ ਜਾਂਦੀ ਹੈ ਇਨਕਾਰੀ ਦੀ, ਰੱਦ ਕਰਨ ਦੀ, ਨੈਗੇਟਿਵਿਟੀ ਦੀ। ਤੇ ਨੈਗੇਟਿਵਿਟੀ ਦੀ ਰੂਹ ਯਾਨੀ ਰੱਦ ਕਰਨ ਦੀ ਰੂਹ, ਇਨਕਾਰੀ ਰੂਹ ਸਭ ਤੋਂ ਜ਼ਿਆਦਾ ਖਤਰਨਾਕ। ਭੈ ਖਤਮ ਹੋ ਸਕਦਾ, ਇਨਕਾਰੀ ਦਾ ਬੜਾ ਮੁਸ਼ਕਿਲ ਹੋ ਜਾਂਦਾ। ਕਿਉਂ? ਉਹ ਬਦਰੂ, ਉਹ ਬੱਚਾ ਜਿਹੜਾ ਪੈਦਾ ਹੁੰਦਾ, ਉਹ ਸੰਤਾਨ ਜਿਹੜੀ ਪੈਦਾ ਹੁੰਦੀ ਹੈ, ਉਹਦੇ ਅੰਦਰ ਜਦੋਂ ਕੰਮ ਕਰਦੀ ਹੈ ਤੇ ਉਹ ਮਸੀਹ ਯਿਸੂ ਨੂੰ ਕਬੂਲ ਨਹੀਂ ਕਰਨ ਦਿੰਦਾ। ਉਹ ਇਨਕਾਰੀ ਹੁੰਦਾ ਹੈ, ਉਹ ਇਨਕਾਰੀ ਦੀ ਰੂਹ ਹੈ। ਉਹ ਪ੍ਰਭੂ ਯਿਸੂ ਨੂੰ ਉਹਦੀ ਜ਼ਿੰਦਗੀ 'ਚ ਆਣ ਹੀ ਨਹੀਂ ਦਿੰਦੇ। ਨੁਕਸਾਨ ਹੋ ਗਿਆ, ਅਬਲੀ ਸੈਂਟਰ ਹੋ ਗਿਆ, ਆ ਗਿਆ ਨਾ ਘਰ 'ਚ। ਤੇ ਉਹ ਸੰਤਾਨ ਜਿਹੜੀ ਪੈਦਾ ਹੋਈ ਹੈ, ਉਹਦੇ ਅੰਦਰ ਭੈ ਦੀ ਵੀ ਰੂਹ ਹੈ ਤੇ ਇਨਕਾਰੀ ਦੀ ਵੀ ਰੂਹ ਹੈ। ਪਹਿਲਾ ਪਤਰਸ ਪਤਰੀ ਉਹਦੀ, ਪਹਿਲੇ ਪਤਰ ਦੀ ਪਤਰੀ 3 ਅਧਿਆਇ 6 ਆਇਤ 'ਚ ਲਿਖਿਆ ਹੋਵੇ ਕਿ ਡਰ ਮਤ, ਡਰੋ ਮਤ। ਧੀਆਂ ਭੈਣਾਂ ਨੂੰ ਕਿਹਾ ਗਿਆ ਕਿ ਡਰੋ ਮਤ। ਜੇ ਤੁਸੀਂ ਡਰੋਗੇ ਨਹੀਂ ਤੇ ਸਾਰਾ ਦੀਆਂ ਬੇਟੀਆਂ ਕਢਾਓਗੇ। ਤੇ ਸਾਰਾ ਕੌਣ ਸੀ? ਅਬਰਾਹਮ ਦੀ, ਇਬਰਾਹਿਮ ਦੀ ਬੀਵੀ। ਤੇ ਇਬਰਾਹਿਮ ਕੌਣ ਸੀ? ਅਬਰਾਹਮ ਵਿਸ਼ਵਾਸੀਆਂ ਦਾ ਪਿਤਾ। ਵਿਸ਼ਵਾਸੀਆਂ ਦਾ ਪਿਤਾ, ਇਮਾਨਦਾਰਾਂ ਦਾ ਪਿਓ। ਤੇ ਦੂਜੇ ਤਮੋਥੀਅਸ 1:7 ਆਇਤ 'ਚ ਲਿਖਿਆ ਹੈ ਕਿ ਖੁਦਾ ਨੇ ਸਾਨੂੰ ਭੈ ਦੀ ਰੂਹ ਨਹੀਂ ਦਿੱਤੀ, ਦਹਿਸ਼ਤ ਦੀ ਰੂਹ ਨਹੀਂ ਦਿੱਤੀ, ਤਰਬੀਅਤ, ਹਿਕਮਤ, ਅਕਲ ਦੀ ਰੂਹ ਦਿੱਤੀ ਹੈ, ਸੱਚਾਈ ਦੀ ਰੂਹ ਦਿੱਤੀ ਹੈ, ਦਲੇਰੀ ਦੀ ਰੂਹ ਦਿੱਤੀ ਹੈ। ਜਦੋਂ ਸਾਡਾ ਯਹੋਵਾ ਜ਼ਿੰਦਾ ਖੁਦਾ ਹੈਗਾ ਜਿਹਨੇ ਸਾਨੂੰ ਬਣਾਇਆ ਹੈ, ਤੇ ਫਿਰ ਸਾਨੂੰ ਕਾਹਦਾ ਡਰ ਹੈ? ਕੌਣ ਸਾਡੇ ਵਿਰੁੱਧ ਜਾ ਸਕਦਾ ਹੈ? ਕੋਈ ਨਹੀਂ ਸਾਡੇ ਵਿਰੁੱਧ ਜਾ ਸਕਦਾ। ਲੇਕਿਨ ਜਦੋਂ ਅਸੀਂ ਇਬਲੀਸ ਵਾਸਤੇ ਬੂਹੇ ਖੋਲ ਦੇਣੇ ਨੇ, ਤੇ ਫਿਰ ਉਹਨੇ ਕੀ ਕਰਨਾ? ਉਹਨੇ ਸਾਨੂੰ ਤਬਾਹ ਕਰਨਾ। ਇਸ ਵਾਸਤੇ ਮੈਨੂੰ ਰਾਜਾ ਦਾਊਦ ਦੀ ਜ਼ਬੂਰ 119 ਦੀ 6 ਆਇਤ ਬਹੁਤ ਪਸੰਦ ਹੈਗੀ ਕਿ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ 'ਚ ਰੱਖ ਲਿਆ ਤਾਂ ਕਿ तेरे खिलाफ पाप ना करा। मैंने तेरे कलाम को अपने दिल में रख लिया ताकि तेरे खिलाफ गुनाह ना करूं। प्रभु तो कहता यार मेरे को आ जाओ, मैनू ਤੁਹਾਡੀ ਫਿਕਰ है, मैं जानना वा, ਤੁਸੀਂ परेशान ना हो, बस मेरे हजूर प्रार्थना करो, सताइश करो, मेरी तमजीद करो। और तो कुछ ਮੰਗਦਾ ਹੀ ਨਹੀਂ, ਤੁਹਾਡਾ ਹਿਰਦਾ ਮੰਗਦਾ, ਅਸੀਂ ਉਹ ਵੀ ਨਹੀਂ ਦਿੰਦੇ, ਉਹ ਵੀ ਅਸੀਂ ਆਪਣੀ ਪਰੇਸ਼ਾਨੀਆਂ ਨੂੰ ਦਿੱਤਾ ਹੁੰਦਾ। ਉਸ ਤੋਂ ਬਾਅਦ ਚੌਥਾ ਬੜਾ ਇੰਪੋਰਟੈਂਟ ਫੈਕਟਰ ਹੈਗਾ, ਉਹ ਕੀ ਹੈਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਕਿ ਸਾਹਮਣੇ ਵਾਲਾ ਜਿਹੜਾ ਜਾਣੇ ਨਾ, ਸਾਹਮਣੇ ਵਾਲਾ ਜਿਹੜਾ ਬੰਦਾ ਹੈ ਨਾ, ਸਾਹਮਣੇ ਵਾਲਾ ਮਨੁੱਖ ਜਿਹੜਾ, ਇਹ ਮੇਰੀ ਮਰਜ਼ੀ ਦੇ ਮੁਤਾਬਿਕ ਚੱਲੇ। ਤੇ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ, ਮਿਸਾਲ, ਉਦਾਹਰਨਾਂ ਸਾਡੇ ਆਪਣੇ ਘਰਾਂ 'ਚ ਹੈਗੀ। ਜਿੱਦਾਂ ਇੱਕ ਜਨ ਦਾ ਵਿਆਹ ਹੋ ਜਾਂਦਾ ਨਾ, ਹਾਂਜੀ ਠੀਕ ਹੈ ਨਾ, ਜਦੋਂ ਇੱਕ ਜਨ ਦਾ ਵਿਆਹ ਹੁੰਦਾ ਹੈ ਤੇ ਉਹਦੀ ਮਾਂ ਦੀ ਖਾਹਿਸ਼ ਇਹ ਹੁੰਦੀ ਹੈ ਕਿ ਉਹ ਮੇਰੀ ਮਰਜ਼ੀ ਦੇ ਮੁਤਾਬਕ ਤੁਰੇ। ਤੇ ਜਿਹੜੀ ਵੋਟੀ ਆਂਦੀ ਏ ਉਹ ਕਹਿੰਦੀ ਏ ਇਹਦੀ ਕੀ ਜ਼ਰੂਰਤ ਹੋਵੇ ਕਿ ਇਹ ਮੇਰੀ ਮਰਜ਼ੀ ਤੋਂ ਖਿਲਾਫ ਤੁਰ ਪਏ। ਜੰਗ ਲੱਗ ਗਈ। ਉਧਰੋਂ ਭੈਣ ਵੀ ਆ ਜਾਂਦੀ ਵਿੱਚ ਕਿ ਮੇਰਾ ਭਰਾ ਹੈ, ਮੈਂ ਜੋ ਕਵਾਂਗੀ ਉਹ ਹੋਣਾ ਚਾਹੀਦਾ। ਇਸ ਗੱਲ ਦਾ ਖਿਆਲ ਰੱਖੋ। ਜਦੋਂ ਇਨਸਾਨ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਇਹੋ ਜਿਹੇ ਮਾਮਲਾਤ ਹੋ ਜਾਂਦੇ ਨੇ, ਇਹ ਨਾਰਮਲੀ ਹੁੰਦੇ ਨੇ, ਇਹ ਵਾਕਈ ਹੀ ਹੁੰਦੇ ਨੇ। ਸੱਸ ਨੂੰਹ ਦੀ ਲੜਾਈ ਰਹਿੰਦੀ ਹੈ, ਕਾਹਦੇ ਤੋਂ ਰਹਿੰਦੀ ਹੈ? ਇੱਕ ਦੂਜੇ ਨੂੰ ਕੰਟਰੋਲ ਕਰਨਾ ਹੈ। ਭੈਣ ਦੀ ਭਰਜਾਈ ਦੀ ਲੜਾਈ ਰਹਿੰਦੀ ਹੈ, ਨੰਦ ਭਰਜਾਈ ਦੀ ਲੜਾਈ ਰਹਿੰਦੀ ਹੈ, ਕਾਹਦੇ ਤੋਂ? ਮਾਂ ਨਾਲ ਨਹੀਂ ਹੁੰਦੀ, ਭਰਜਾਈ ਨਾਲ ਹੋ ਜਾਂਦੀ ਹੈ। ਅਸੀਂ ਭਰਾ ਨੂੰ ਜਾਂ ਉਹਦੇ ਸ਼ੌਹਰ ਨੂੰ ਜਾਂ ਮਾਂ ਨੇ ਪੁੱਤਰ ਨੂੰ ਕੰਟਰੋਲ ਕਰਨਾ। ਇੱਥੇ ਨਹੀਂ ਗੱਲ ਮੁੱਕਦੀ। ਅਗਰ ਅਸੀਂ ਘਰ ਤੋਂ ਬਾਹਰ ਵੀ ਚਲੇ ਜਾਈਏ ਨਾ, ਅਸੀਂ ਕਿਤੇ ਕੰਮ ਕਰਦੇ ਹੋਈਏ ਜਾਂ ਅਸੀਂ ਕੋਈ ਬਿਜ਼ਨਸ ਕਰ ਰਹੇ ਹਾਂ ਜਾਂ ਅਸੀਂ ਜੌਬ ਕਰ ਰਹੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਕਿ ਨਾਲ ਵਾਲੇ ਜਿਹੜੇ ਨਾ ਉਹ ਮੇਰੀ ਮਰਜ਼ੀ ਦੇ ਮੁਤਾਬਕ, ਜੋ ਚੀਜ਼ ਮੈਨੂੰ ਪਸੰਦ ਹੈ ਉੱਦਾਂ ਹੀ ਕਰਾਂ। ਤੇ ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਤੇ ਫਿਰ ਇਨਸਾਨ ਕੀ ਕਰਦਾ? ਮਨੁੱਖ ਕੀ ਕਰਦਾ? ਚਲਾ ਜਾਂਦਾ ਕਿਸੇ ਬਾਬੇ ਕੋਲ, ਸਾਈਂ ਕੋਲ, ਫਕੀਰ ਕੋਲ, ਜਾਦੂ ਟੂਣਾ ਕਰਨ ਵਾਲੇ ਕੋਲ, ਤੇ ਸਭ ਤੋਂ ਜ਼ਿਆਦਾ ਪੈਸਾ ਉਹੀ ਕਮਾਉਂਦੇ ਨੇ। ਅਗਰ ਉਹ ਜਾਦੂ ਪੀਰ, ਜਾਦੂਗਰ ਜਿਹੜਾ ਉਹ ਅਸਲੀ ਨਹੀਂ ਵੀ ਹੈਗਾ, ਲੇਕਿਨ ਇਬਲੀਸ ਤੁਹਾਡੇ ਅੰਦਰ ਹੋ ਜਾਂਦਾ ਹੈ, ਉਹਦਾ ਕੰਮ ਉਹ ਪੂਰਾ ਕਰਦਾ ਹੈ। ਤੇ ਇਬਲੀਸ ਦਾ ਕੰਮ ਕੀ ਹੈ ਕਿ ਮੈਨੂੰ ਪੂਜੋ
ਮੈਨੂੰ ਪੂਜੋ ਤੇ ਮੈਂ ਤੁਹਾਡੀ ਜ਼ਿੰਦਗੀ ਬਰਬਾਦ ਕਰਾਂਗਾ। ਉਹ ਹੈਗਾ ਇਬਲੀਸ ਬਹੁਤ ਧਨ ਦੌਲਤ ਦਿੰਦਾ ਜੀ। ਰਸੂਲਾਂ ਦੇ ਕਰਤੇ ਵਿੱਚ ਪਲੂਸ ਇੱਕ ਬੀਬੀ ਚੋਂ ਰੂਹ ਬਦਰੂ ਕੱਢਦਾ। ਮੈਂ ਲਾਸਟ ਟਾਈਮ ਵੀ ਦੱਸਿਆ ਸੀ। ਉਹ ਗੈਬੀਨ ਹੁੰਦੀ ਹੈ, ਪਿਛਵਾਣੀ ਕਰਦੀ ਹੈ ਤੇ ਕੀ ਹੁੰਦਾ? ਪਲੂਸ ਉਹਨੂੰ ਕੱਢਦਾ, ਉਹਨੂੰ ਹੁਕਮ ਦਿੰਦਾ, ਯਿਸੂ ਦੇ ਨਾਂ ਤੋਂ ਨਿਕਲ ਜਾਂਦੀ ਹੈ। ਉਹ ਬਦਰੂ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਉਹ ਇੱਕ ਸੱਪ ਦੀ ਬਦਰੂ ਹੈ। ਸੱਪ ਦਾ ਨਾਮ ਹੈ ਪਾਈਥਨ। ਉਹ ਬਹੁਤ ਧਨ ਦੌਲਤ ਦਿੰਦਾ। ਮੇਰੇ ਜੋ ਇਬਲੀਸ ਕੋਲ ਵੀ ਬਹੁਤ ਧਨ ਦੌਲਤ ਦੇਣ ਦਾ ਇਖਤਿਆਰ ਹੈਗਾ। ਉਹਨੂੰ ਮਾੜਾ ਨਾ ਸਮਝੋ। ਮੈਂ ਲਾਸਟ ਟਾਈਮ ਦੱਸਿਆ ਸੀ ਕਿ ਉਹ ਗਲੀ ਮਹੱਲੇ ਦਾ ਗੁੰਡਾ ਨਹੀਂ ਹੈਗਾ। ਉਹਦੀ ਪੂਰੀ ਆਰਗਨ ਡੌਨ ਹੈਗਾ ਪੂਰਾ ਜੀ। ਆਮ ਸਾਦਾ ਨਹੀਂ ਹੈਗਾ ਉਹ। ਬਾਦਸ਼ਾਹੀ ਜੀ ਬਿਲਕੁਲ, ਉਹਦੀ ਪੂਰੀ ਬਾਦਸ਼ਾਹੀ ਹੈ। ਇਸ ਕਰਕੇ ਜਿੱਥੇ ਕਿਤੇ ਤੁਹਾਨੂੰ ਇਹ ਚੀਜ਼ ਮਿਲਦੀ ਹੈ ਕਿ ਅਸੀਂ ਇਨਸਾਨ ਅਗਲੇ ਮਨੁੱਖ ਦੇ ਜ਼ਿਹਨ ਨੂੰ ਕੰਟਰੋਲ ਕਰਨਾ, ਉਹਦੇ ਪਿੱਛੇ ਜਾਦੂਗਰੀ ਹੈ, ਉਹਦੇ ਪਿੱਛੇ ਇਬਲੀਸ ਹੈਗਾ। ਪ੍ਰਭੂ ਸਾਡੇ ਉੱਤੇ ਕਦੀ ਵੀ ਹੁਕਮ ਨਹੀਂ ਸਾਦਰ ਕਰ ਦਿੰਦੇ ਫੌਰਨ ਹੀ। ਉਹ ਸਾਡੀ ਲਾਈਫ 'ਚ ਇੰਟਰਫੇਅਰ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਮੁਦਾਖਲਤ ਕਰਦੇ ਜਿੰਨੀ ਦੇਰ ਤੱਕ ਅਸੀਂ ਹੱਥ ਚੁੱਕ ਕੇ ਕਹਿੰਦੇ ਨਹੀਂ ਕਿ ਪ੍ਰਭੂ ਹੁਣ ਬਸ ਹੋ ਗਈ ਹੈ, ਮੇਰੇ ਕੋਲੋਂ ਨਹੀਂ ਹੁੰਦਾ, ਹੁਣ ਤੁਸੀਂ ਕਰਨਾ। ਜਿੰਨੀ ਦੇਰ ਜੇ ਤੁਸੀਂ ਇਹ ਕਹਿ ਦਿੱਤਾ, ਪ੍ਰਭੂ ਯਿਸੂ ਦੇ ਨਾਮ ਤੋਂ ਮੰਗ ਲਿਆ, ਪ੍ਰਭੂ ਨੇ ਆਪਣੇ ਦੂਤਾਂ ਨੂੰ ਕੱਢ ਦੇਣਾ, ਲੋ ਜੀ ਕਰੋ ਇਤਿਹਾਸ। ਆਮੀਨ। ਪ੍ਰਭੂ ਸਾਨੂੰ ਛੁਡਾਉਂਦੇ ਨੇ, ਲੇਕਿਨ ਕਿਦੋਂ? ਜਦੋਂ ਅਸੀਂ ਇੰਜ ਕਰਨਾ। ਪ੍ਰਭੂ ਨੂੰ ਕਹਿਣਾ ਬਸ ਹੁਣ ਨਹੀਂ ਮੇਰੇ ਕੋਲ ਹੁੰਦਾ, ਹੁਣ ਤੁਸੀਂ ਕਰਨਾ। ਜਦੋਂ ਤੁਹਾਡਾ ਭਰੋਸਾ ਵਿਸ਼ਵਾਸ ਪ੍ਰਭੂ ਤੇ ਹੋ ਜਾਏਗਾ, ਪ੍ਰਭੂ ਆਪਣਾ ਕੰਮ ਕਰੇਗਾ, ਤੁਹਾਨੂੰ ਉਸ ਮੁਸ਼ਕਿਲ ਤੋਂ ਛੁਡਾ ਕੇ ਬਾਹਰ ਕੱਢੇਗਾ। ਲੇਕਿਨ ਇਬਲੀਸ ਕਹਿੰਦਾ ਕਿ ਮੇਰਾ ਗਲਬਾ ਹੋਣਾ ਚਾਹੀਦਾ ਹੈ। ਇਸੇ ਲਈ ਬਿਪਤਾ ਦੇ ਸਾਥ 18 ਬਾਬ ਜਿਹੜਾ ਅਸੀਂ ਪੜ੍ਹ ਕੇ ਆਏ 10-12 ਚ ਕਿ ਪ੍ਰਭੂ ਨੂੰ ਨਫ਼ਰਤ ਹੈਗੀ ਹੈ ਜਾਦੂਗਰਾਂ ਤੋਂ। ਤੇ ਜਦੋਂ ਤੁਸੀਂ ਕਿਸੇ ਦੂਸਰੇ ਮਨੁੱਖ ਦੇ ਜ਼ਿਹਨ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਉਹਦੇ ਦਿਮਾਗ ਨੂੰ ਪੜ੍ਹਨਾ ਚਾਹੁੰਦੇ ਹੋ, ਤੇ ਇਹਦਾ ਮਤਲਬ ਹੈ ਕਿ ਉਹਦੇ ਪਿੱਛੇ ਇਬਲੀਸ ਹੈ। ਤੁਸੀਂ ਆਪਣੀਆਂ ਖਾਹਿਸ਼ਾਂ ਉਹਦੇ ਕੋਲੋਂ ਪੂਰਾ ਕਰਾਉਣਾ ਚਾਹੁੰਦੇ ਹੋ ਅਗਲੇ ਬੰਦੇ ਕੋਲੋਂ ਕਿ ਤੁਹਾਡੀ ਮਰਜ਼ੀ ਦੇ ਮੁਤਾਬਕ ਚੱਲੇ। ਤੇ ਯਹੂਬ ਦੀ ਪੱਤਰੀ 'ਚ ਉਹਦੇ ਪਹਿਲੇ ਬਾਬ 14-15 ਚ ਲਿਖਿਆ ਕਿ ਖਾਹਿਸ਼ ਜਿਹੜੀ ਉਹ ਗਰਭਵਤੀ ਹੁੰਦੀ ਏ, ਖਾਹਿਸ਼ ਹਾਮਲਾ ਹੁੰਦੀ ਏ, ਤੇ ਉਹ ਕਿਹਨੂੰ ਜਾਂਦੀ ਏ? ਪਾਪ ਨੂੰ। ਤੇ ਜਦੋਂ ਪਾਪ ਵੱਧ ਜਾਂਦਾ ਤੇ ਕੀ ਆਂਦੀ ਹੈ? ਮੌਤ ਆਂਦੀ ਹੈ। ਮੇਰੇ ਜੀਸੂ ਇਹਦਾ ਖਾਸ ਖਿਆਲ ਰੱਖਣਾ। ਇਹ ਨਹੀਂ ਕਰਨਾ ਕਿ महबूब आपके कदमों में, यानी कि ਤੁਹਾਨੂੰ ਆਸ਼ਕੀ ਮਸ਼ੂਕੀ ਚੜੀ ਹੈ ਤੇ ਕੁੜੀ ਮੰਨਦੀ ਨਹੀਂ ਤੇ ਤੁਸੀਂ ਜਾਦੂ ਕੋਲ ਚਲਾ ਪੀਰ ਜੀ ਉਹ ਮੰਨਦੀ ਨਹੀਂ। ਚੱਲ ਅੱਛੀ ਹੁੰਦਾ ਠੀਕ ਹੈ। ਇਹ ਬਹੁਤ ਹੁੰਦਾ ਹੈ। ਰਿਸ਼ਤੇ ਤੋਂ ਇਨਕਾਰੀ ਹੋ ਗਿਆ। ਮੇਰੀ ਫੈਮਿਲੀ ਦੇ ਵਿੱਚ ਹੋਇਆ ਪਿਛਲੇ ਸਾਲ। ਮੇਰੀ ਫੈਮਿਲੀ ਦੇ ਵਿੱਚ ਹੋਇਆ, ਰਿਸ਼ਤੇ ਦਾ ਹੀ ਮਾਮਲਾ ਸੀ। ਪਰਫੈਕਟ ਕੁੜੀ, ਠੀਕ ਕੁੜੀ, 21 ਸਾਲਾਂ ਦੀ ਸਿਹਤਮੰਦ ਕੁੜੀ, ਖੂਬਸੂਰਤ ਬੱਚੀ। ਕੀ ਹੋਇਆ? ਰਿਸ਼ਤੇ ਤੋਂ ਇਨਕਾਰ ਕਰਨਾ ਸੀ, ਕੁੜੀ ਦੀ ਜਾਨ ਲੈ ਲਈ। ਡਾਕਟਰ ਨੂੰ ਬਿਮਾਰੀ ਨਹੀਂ ਸਮਝ ਆਉਂਦੀ ਸੀ। ਜੇ ਦਿਲ ਦਾ ਆਰਜ਼ਾ ਨਿਕਲ ਆਇਆ ਤੇ ਨਾਲ ਗੁਰਦਿਆਂ ਦਾ ਵੀ ਨਿਕਲ ਆਇਆ। ਜੇ ਗੁਰਦਿਆਂ ਵੱਲ ਹੋਏ ਨੇ ਤੇ ਉਹਦੇ ਲੰਗਸ ਖਰਾਬ ਹੋ ਗਏ, ਫੇਫੜੇ ਖਰਾਬ ਹੋ ਗਏ ਨੇ। ਫੇਫੜੇ ਖਰਾਬ ਹੋ ਗਏ ਨੇ, ਉਹਨੂੰ ਕਰੋਨਾ ਹੋ ਗਿਆ। ਕਰੋਨਾ ਤੋਂ ਬਾਅਦ ਕਰੋਨਾ ਦੀ ਟ੍ਰੀਟਮੈਂਟ ਚੱਲ ਰਹੀ ਹੈ ਤੇ ਜਿਸਮ ਫੁੱਲਣ ਲੱਗ ਪਿਆ। ਇੰਤਹਾਈ ਸਵੀਅਰ ਤਰੀਕੇ ਨਾਲ ਬਹੁਤ ਬੁਰੀ ਤਰ੍ਹਾਂ ਉਹਦੀ ਮੌਤ ਹੋਈ ਉਸ ਬੱਚੀ ਦੀ। ਜਿੰਨੀ ਦੇਰ ਤੱਕ ਅਸੀਂ ਐਂਟਰੀ ਕੀਤੀ, ਮੈਂ ਪਾਸਟਰ ਮਕਬੂਲ ਸਾਹਿਬ ਨੂੰ ਕਿਹਾ ਦੁਆ ਕਰਨ ਵਾਸਤੇ, ਪਾਸਟਰ ਪ੍ਰਕਾਸ਼ ਸਾਹਿਬ ਨੂੰ ਕਿਹਾ ਦੁਆ ਕਰਨ ਵਾਸਤੇ, ਇਹਨਾਂ ਦੋਵਾਂ ਨੇ ਦੁਆ ਕੀਤੀ। ਮਗਰ ਜਿੰਨੀ ਦੇਰ ਤੱਕ ਇਹਨਾਂ ਨੇ ਦੁਆ ਕਰਨੀ ਸੀ ਉਹ ਲੈ ਗਏ। ਇਹ ਜਾਦੂਗਰੀ ਹੈ, ਇਹ ਇਬਲੀਸੀ ਕੰਮ ਹੈ। ਬੂਹਾ ਤੇ ਅਸੀਂ ਖੋਲ ਦਿੱਤਾ ਉਹਦੇ ਵਾਸਤੇ ਕਿ ਵੀ ਆ ਮੇਰੇ ਜ਼ਿਹਨ 'ਚ ਆ, ਮੈਂ ਅਗਲੇ ਬੰਦੇ ਨੂੰ ਕੰਟਰੋਲ ਕਰਨਾ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ। ਹੁਣ ਪੰਜਵਾਂ ਤਰੀਕਾ ਕੀ ਉਹਦਾ ਐਂਟਰ ਹੁੰਦਾ, ਇਹ ਬੜਾ ਇੰਪੋਰਟੈਂਟ ਹੈ। ਸਾਰੇ ਜ਼ਰੂਰੀ ਨੇ ਲੇਕਿਨ ਇਹ ਜ਼ਰਾ ਖਾਸ ਹੈ। ਉਹ ਜਿਸਮਾਨੀ ਰਾਹੀਂ ਤੁਹਾਡੇ ਅੰਦਰ ਵੜ ਜਾਂਦਾ, ਜਿਸਮਾਨੀ ਰਾਹੀਂ ਵੜ ਕੇ ਤੁਹਾਨੂੰ ਕਮਜ਼ੋਰ ਕਰਦਾ। ਇਹਦੀ ਮਿਸਾਲ ਹੋਣ ਦੇਣਾ ਪਤਾ ਕਿੱਦਾਂ, ਮੇਰੀ ਆਪਣੀ ਜ਼ਿੰਦਗੀ ਦੀ ਮਿਸਾਲ। 2009-2010 ਦੇ ਵਿੱਚ ਮੇਰੀ ਫੈਮਿਲੀ ਦੇ ਵਿੱਚ ਇੱਕ ਐਸਾ ਵਾਕਿਆ ਹੋਇਆ ਜਿਹਦੀ ਵਜ੍ਹਾ ਨਾਲ ਮੈਂ ਇੰਨਾ ਕੁ ਡਿਪਰੈਸ਼ਨ 'ਚ ਚਲਾ ਗਿਆ ਕਿ ਡਿਪਰੈਸ਼ਨ 'ਚ ਜਾਣ ਦੀ ਵਜ੍ਹਾ ਨਾਲ ਮੈਨੂੰ ਮਾਈਨਰ ਹਾਰਟ ਅਟੈਕ ਆ ਗਿਆ। ਵੱਡਾ ਹਾਰਟ ਅਟੈਕ ਨਹੀਂ, ਛੋਟਾ। ਪ੍ਰਭੂ ਨੇ ਜਾਨ ਬਖਸ਼ ਦਿੱਤੀ ਨਾ। ਪ੍ਰਭੂ ਨੇ ਕਿਹਾ ਮੈਂ ਇਹਦੇ ਕੋਲ ਕੰਮ ਲੈਣਾ ਹੈ,
ਇਹਨੇ ਉਂਝ ਨਹੀਂ ਸਿੱਧੇ ਹੋਣਾ, ਇਹਨੂੰ ਜ਼ਰਾ ਪੈਣਗੀਆਂ ਫਿਰ ਸਿੱਧਾ ਹੋਏਗਾ। ਖੈਰ ਸਿੱਧਾ ਤੇ ਹੋ ਗਿਆ 8 ਸਾਲਾਂ ਬਾਅਦ, ਲੇਕਿਨ ਉਹ ਵਾਕਿਆ ਮੈਨੂੰ ਅੱਜ ਵੀ ਨਹੀਂ ਭੁੱਲਦਾ। ਕਿਸ ਤਰ੍ਹਾਂ ਜਦੋਂ ਮੈਂ ਮੈਸੇਜ ਤਿਆਰ ਕਰ ਰਿਹਾ ਸੀ ਤੇ ਮੈਂ ਇਹ ਜਦੋਂ ਗੱਲ ਆਈ ਜ਼ਹਿਨ ਦੇ ਵਿੱਚ ਤੇ ਮੈਨੂੰ ਆਪਣੀ ਹੀ ਮਿਸਾਲ ਆਈ। ਮੈਂ ਕਹਾਂ ਜੀ ਮੈਂ ਬੜਾ ਹੀ ਹਾਜੀ ਸਾਂ, ਹਾਜੀ ਸਨੌਲਾ ਸਾਂ, ਮੈਂ ਬੜਾ ਜੀ ਪਾਦਰੀ ਸਾਂ, ਮੈਂ ਬਹੁਤ ਪ੍ਰਭੂ ਨੂੰ ਜਾਣਨਾ ਜ਼ਰੂਰ ਸਾਂ, ਪਹਿਚਾਨਦਾ ਨਹੀਂ ਸਾਂ ਜਿੱਦਾਂ ਹੁਣ ਪਹਿਚਾਨਣਾ ਵਾ। 2018 ਚ ਮੇਰੀ ਜ਼ਿੰਦਗੀ ਬਦਲੀ ਤੇ ਉਹਦੇ ਵਿੱਚ ਮੇਰੀ ਬੀਵੀ ਦਾ ਬੜਾ ਹੱਥ ਹੈ। ਉਸ ਤੋਂ ਬਾਅਦ ਪਾਸਟਰ ਮਕਬੂਲ ਸਾਹਿਬ ਦਾ ਬਹੁਤ ਹੱਥ ਹੈ ਮੇਰੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ। ਪ੍ਰਭੂ ਆਪ ਨਹੀਂ ਆਉਂਦੇ, ਪ੍ਰਭੂ ਆਪਣੇ ਲੋਕਾਂ ਨੂੰ ਯੂਜ਼ ਕਰਦੇ ਨੇ। ਅਸੀਂ ਆ ਕਿ ਜੀ ਪ੍ਰਭੂ ਆਪ ਆ ਕੇ ਮੇਰੀ ਹੈਲਪ ਕਰਨਗੇ, ਇਹ ਤੇ ਜੀ ਉਹ ਪ੍ਰਭੂ ਨੇ। ਉਹਨਾਂ ਨੇ ਇੰਨੇ ਦੂਤ ਕਿਉਂ ਬਣਾਏ ਨੇ? ਪੁੱਤਰ ਆਤਮਾ ਸਾਡੇ ਸਹਾਇਕ ਨੇ, ਉਹਨਾਂ ਨੇ ਸਹਾਇਕ ਘੱਲੇ ਨੇ ਸਾਡੇ ਵਾਸਤੇ। ਯੂਹੰਨਾ 14 ਬਾਬ ਉਹਦਾ 15-16 ਚ ਲਿਖਿਆ ਹੋਵੇ ਕਿ ਜੇ ਪ੍ਰਭੂ ਯਿਸੂ ਕਹਿੰਦੇ ਨੇ ਕਿ ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖੋ, ਮੇਰੇ ਹੁਕਮਾਂ ਤੇ ਅਮਲ ਕਰੋ, ਤੇ ਮੇਰਾ ਬਾਪ ਤੁਹਾਡੇ ਵਾਸਤੇ ਦੂਜਾ ਮਦਦਗਾਰ ਭੇਜੇਗਾ। ਤੇ ਮਦਦਗਾਰ ਕੌਣ ਹੈ? ਪਵਿੱਤਰ ਆਤਮਾ। ਤੇ ਮੈਨੂੰ ਮਾਈਨਰ ਹਾਰਟ ਅਟੈਕ ਆ ਗਿਆ, ਵਾਪਸ ਆ ਜਾਂਦੇ ਆ। ਮੈਨੂੰ ਮਾਈਨਰ ਹਾਰਟ ਅਟੈਕ ਆ ਗਿਆ। ਜਦੋਂ ਹਾਰਟ ਅਟੈਕ ਆ ਗਿਆ ਤੇ ਮੈਂ ਸੋਚਿਆ ਯਾਰ ਮੇਰੇ ਬਾਲਾਂ ਦਾ ਕੀ ਬਣੇਗਾ। ਸੋਚ ਆ ਗਈ ਨਾ, ਓਹੋ ਉਹਨਾਂ ਦਾ ਕੀ ਬਣੇਗਾ। ਮੈਂ ਜੇ ਮਰ ਗਿਆ ਤੇ ਇਹਨਾਂ ਦੀਆਂ ਖਾਹਿਸ਼ਾਂ ਕੌਣ ਪੂਰੀਆਂ ਕਰੇਗਾ, ਇਹਨਾਂ ਦੀਆਂ ਗੱਲਾਂ ਕੌਣ ਸੁਣੇਗਾ। ਫਿਰ ਪ੍ਰਭੂ ਨੇ ਕਿਹਾ ਮੈਂ ਤੈਨੂੰ ਦੱਸਣਾ ਵਾ ਕੌਣ ਸੁਣੇਗਾ। ਫਿਰ ਉਹਨੇ ਦੱਸਿਆ ਕਿ ਤੂੰ ਮਰ ਵੀ ਜਾਵੇਂਗਾ ਤੇ ਮੈਂ ਹੈ ਵਾਂ। ਅਸੀਂ ਇਹ ਸੋਚਨੇ ਇਹ ਨਾਰਮਲ ਫੈਕਟਰ ਹੈ ਸਾਡੀ ਜ਼ਿੰਦਗੀ ਦਾ। ਯਾਰ ਮੈਨੂੰ ਕੁਝ ਹੋ ਗਿਆ ਤੇ ਮੇਰੇ ਘਰ ਦਾ ਕੀ ਬਣੇਗਾ। ਇਹ ਮੈਂ ਹੁਣ ਆ ਕੇ ਸਿੱਖਿਆ। 2021 ਦੇ ਵਿੱਚ ਆ ਕੇ ਇਹ ਭੇਤ ਮੇਰੇ ਤੇ ਆਇਆ ਕਿ ਪ੍ਰਭੂ ਨੂੰ ਪਤਾ ਹੈ। ਪੌਲੁਸ ਐਵੇਂ ਨਹੀਂ ਕਹਿੰਦਾ, ਸੰਤ ਪੌਲੁਸ ਐਵੇਂ ਨਹੀਂ ਕਹਿੰਦਾ ਕਿ ਜੀਣਾ ਮੇਰੇ ਵਾਸਤੇ ਮਸੀਹ ਤੇ ਮਰਨਾ ਨਫਾ ਹੈਗਾ। ਉਹ ਐਵੇਂ ਨਹੀਂ ਕਹਿੰਦਾ, ਉਹਨੂੰ ਪਤਾ ਹੈ ਪ੍ਰਭੂ ਹੈ ਨਹੀਂ। ਮੈਂ ਕਿਉਂ ਟੈਨਸ਼ਨ ਲਵਾਂ? ਜੇ ਅੱਜ ਮੈਨੂੰ ਪ੍ਰਭੂ ਕਹਿ ਦੇਣ ਚੱਲ ਵੀ ਤੇਰਾ ਟਾਈਮ ਹੋ ਗਿਆ ਚਲੀਏ, ਮੈਂ ਹੈਪੀਲੀ ਚਲਾ ਜਾਵਾਂਗਾ, ਹੱਸ ਕੇ ਜਾਵਾਂਗਾ। ਹੈਪੀ ਤੇ ਇਸ ਟਾਈਮ ਦੁਬਈ ਹੈਗਾ। ਠੀਕ ਹੈ। ਉਸ ਬਿਮਾਰੀ ਦੀ ਵਜ੍ਹਾ ਨਾਲ ਇਬਲੀਸ ਨੇ ਮੇਰੇ ਤੇ ਇੰਨਾ ਕੁ ਹਾਵੀ ਹੋਇਆ। ਮੈਂ ਹਮੇਸ਼ਾ ਕਹਿਣਾ ਵਾ ਕਿ ਗਲਤੀ ਮੇਰੀ ਹੈ। ਮੈਂ ਇਬਲੀਸ ਨੂੰ ਮੌਕਾ ਦਿੱਤਾ ਕਿ ਤੂੰ ਮੇਰੀ ਜ਼ਿੰਦਗੀ 'ਚ ਆ, ਤੇ ਉਹਨੇ ਖੇਡਣਾ ਸ਼ੁਰੂ ਕਰ ਦਿੱਤਾ। ਮੈਂ ਕਿਉਂ ਕਹਾਂ ਕਿ ਜੀ ਇਹ ਇਬਲੀਸ ਦੀ ਗਲਤੀ ਹੈ? ਜਿੱਦਾਂ ਹਵਾ ਨੇ ਕਹਿ ਦਿੱਤਾ। ਆਦਮ ਨੂੰ ਪੁੱਛਿਆ ਤੂੰ ਇਹ ਕੀ ਕੀਤਾ? ਪ੍ਰਭੂ ਨੇ ਪੁੱਛਿਆ, ਉਹਨੇ ਕਿਹਾ ਜੀ ਪ੍ਰਭੂ ਜੋ ਬੀਬੀ ਤੂੰ ਮੇਰੇ ਨਾਲ ਦਿੱਤੀ ਹੈ ਮੈਨੂੰ, ਉਹਨੇ ਕਿਹਾ ਤੇ ਮੈਂ ਖਾ ਲਿਆ। ਅੱਛਾ, ਉਹਨੇ ਵੀ ਪ੍ਰਭੂ ਤੇ ਇਲਜ਼ਾਮ ਲਾਤਾ। ਜਦੋਂ ਪ੍ਰਭੂ ਨੇ ਪੁੱਛਿਆ ਬੀਬੀ ਨੂੰ, ਮਾਈ ਹਵਾ ਨੂੰ ਪੁੱਛਿਆ ਕਿ ਮਾਈ ਹਵਾ ਤੂੰ ਕੀ ਕਰ ਦਿੱਤਾ? ਉਹਨੇ ਕਿਹਾ ਜੀ ਇਹ ਸੱਪ ਆਇਆ ਸੀ ਮੇਰੇ ਕੋਲ, ਇਹਨੇ ਮੈਨੂੰ ਪਕਾਇਆ, ਇਹਨੇ ਮੈਨੂੰ ਭੜਕਾਇਆ ਤੇ ਮੈਂ ਖਾ ਲਿਆ। ਮੈਂ ਕਿਉਂ ਇਲਜ਼ਾਮ ਲਾਵਾਂ ਜਦੋਂ ਮੈਂ ਹੀ ਇਬਲੀਸ ਵਾਸਤੇ, ਸ਼ੈਤਾਨ ਵਾਸਤੇ ਬੂਹਾ ਖੋਲ ਦਿੱਤਾ ਕਿ ਤੂੰ ਆ ਜਾ। ਉਹਨੇ ਤੇ ਆਪਣਾ ਕੰਮ ਕਰਨਾ ਹੈ ਕਿ ਨਹੀਂ ਕਰਨਾ? ਕੋਈ ਜਸਵਿੰਦਰ ਵੀਰ ਕਰਨਾ ਨਾ, ਰਾਈਟ। ਅਸੀਂ ਉਹ ਬੂਹਾ ਹੀ ਬੰਦ ਕਰ ਦਿੱਤੇ ਜਿਹਦੇ ਤੋਂ ਐਂਟਰ ਹੀ ਨਾ ਹੋ ਸਕੇ। ਇਸ ਵਾਸਤੇ ਉਹੀ ਗੱਲ ਰਾਜਾ ਦਾਊਦ ਦੀ 119 ਜ਼ਬੂਰ ਦੀ ਕਿ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ 'ਚ ਰੱਖ ਲਿਆ ਤਾਂ ਕਿ ਤੇਰੇ ਖਿਲਾਫ ਪਾਪ ਨਾ ਕਰਾਂ। ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਲਾਈਫ ਸਟਾਈਲ ਬਣਾ ਲੈਂਦੇ ਹੋ ਪ੍ਰਭੂ ਦੇ ਵਚਨ ਨੂੰ ਦਿਲ 'ਚ ਰੱਖਣ ਦਾ, ਇਬਲੀਸ ਤੁਹਾਡੇ ਖਿਲਾਫ ਕੰਮ ਨਹੀਂ ਕਰ ਸਕਦਾ। ਇਸ ਤਰ੍ਹਾਂ ਉਹ ਜਿਸਮਾਨੀ ਕਮਜ਼ੋਰੀ ਦੇ ਕੇ, ਜਿਸਮ ਦੀ ਕਮਜ਼ੋਰੀ ਦੇ ਕੇ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਐਂਟਰ ਹੋ ਜਾਂਦਾ। ਤੇ ਮੈਂ ਜੋ ਉਸ ਤੋਂ ਬਾਅਦ ਗਲਤੀਆਂ ਗੁਨਾਹ ਕੀਤੇ, ਮੇਰੇ ਪੂਰੇ ਖਾਨਦਾਨ ਨੇ ਉਹਦੀ ਸਜ਼ਾ ਲਿੱਤੀ, ਸਿਰਫ ਮੇਰੀ ਇੱਕ ਗਲਤੀ ਦੀ ਵਜ੍ਹਾ। ਯਸ਼ਵਾ ਨੂੰ ਖੁਦਾ ਨੇ ਕਿਹਾ ਕਿ ਯਰੂ ਤੇ ਹਮਲਾ ਕਰਨਾ ਹੈ। ਇੰਜ ਹੀ ਕਿਹਾ ਨਾ? ਯਸ਼ਵਾ ਨੂੰ ਕਿਹਾ ਕਿ ਤੂੰ ਕੀ ਕਰਨਾ ਹੈ? ਕਿੱਥੇ ਕਰਨਾ? ਯਰੂਸ਼ਲਮ ਨਹੀਂ, ਯਰੂ ਤੇ। ਯਰੂ ਸ਼ਹਿਰ ਦੇ ਉੱਤੇ ਕੀ ਕਰਨਾ ਹੈ? ਹਮਲਾ ਕਰਨਾ ਹੈ। ਤੂੰ ਉੱਥੇ ਇੱਕ ਸ਼ੈ ਨਹੀਂ ਛੱਡਣੀ। ਕੀ ਸੋਨਾ, ਕੀ ਚਾਂਦੀ, ਕੀ ਕਪੜਾ, ਕੀ ਬੱਚਾ, ਕੀ ਵੱਡਾ, ਕੀ ਛੋਟਾ, ਕੀ ਕੋੜਾ, ਕੀ ਖੋਤਾ, ਕੀ ਬੱਕਰੀ, ਸਭ ਫਨਾ ਕਰ ਦੇਣਾ, ਸਾੜ ਦੇਣਾ, ਖਤਮ ਕਰ ਦੇਣਾ। ਪ੍ਰਭੂ ਨੂੰ ਇੰਨਾ ਗੁੱਸਾ ਸੀ ਉਹਨਾਂ ਦੇ ਉੱਤੇ।
ਬੁੱਤ ਪ੍ਰਸਤੀ, ਫਿਰ ਉੱਥੇ ਗੱਲ ਆ ਜਾਂਦੀ ਹੈ। ਜਾਦੂਗਰੀ, ਗੁਨਾਹ ਬਹੁਤ ਜ਼ਿਆਦਾ ਸੀ। ਅਕਨ ਬਿਨ ਮੁਕਰਮੀ ਇੱਕ ਸ਼ਖਸ ਸੀ, ਯਹੂਦੀ ਇਸਰਾਈਲੀ। ਉਹਨੇ ਕੁਛ ਚਾਂਦੀ ਤੇ ਕਪੜਾ ਜਿਹੜਾ ਨਾ ਲਗਾ ਲਿਆ ਆਪਣੇ ਖੈਮੇ ਦੇ ਅੰਦਰ। ਪ੍ਰਭੂ ਨੇ ਕਿਹਾ ਵੀ ਅਗਲੇ ਸਥਾਨ ਤੇ ਜਾਓ, ਉੱਥੇ ਜਾ ਕੇ ਲੜੋ। ਯਿਸੂ ਨੇ ਪੁੱਛਿਆ ਪ੍ਰਭੂ ਕੋਲੋਂ, ਚਲਾ ਜਾਵਾਂ? ਜਾਓ। ਉਹ ਗਏ, 30,000 ਇਸਰਾਈਲੀ ਮਰ ਗਏ। ਕਿੰਨੇ? 30,000। ਕਿਉਂ ਮਰ ਗਏ? ਯਸ਼ੂਆ ਪਰੇਸ਼ਾਨ, ਯਸ਼ੂਆ ਤੇ ਰੋ ਪਿਆ ਪ੍ਰਭੂ ਅੱਗੇ। ਇਹ ਕੀ 30,000 ਇਸਰਾਈਲੀ ਖਤਮ ਕਰ ਦਿੱਤੇ? ਪ੍ਰਭੂ ਨੇ ਕਿਹਾ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ। ਮੈਂ ਕਿਹਾ ਪ੍ਰਭੂ ਮੈਂ ਤੇ ਹੁਕਮ ਮੰਨਿਆ। ਮੈਂ ਕਿਹਾ ਕੁਰਾ ਪਾਓ। ਉਦੋਂ ਕੁਰਾ ਪਾਏਗਾ। ਕੁਰਾ ਪਤਾ ਕੀ ਹੁੰਦਾ? ਡ੍ਰੌਪ ਆਏਗਾ ਤਾਂ ਨਾਂ ਲਿਖ ਕੇ ਪਰਚੀਆਂ ਕੁਰਾ ਪਾਇਆ ਗਿਆ। ਗੁਨਾ ਪੰਜਾਬੀ ਚ ਗੁਨਾ ਕਹਿੰਦੇ ਨੇ, ਕਿਸੇ ਉਰਦੂ ਚ ਉਹਨੂੰ ਕੁਰਾ ਕਹਿੰਦੇ ਆ। ਪਰਚੀਆਂ ਪਾ ਕੇ ਤੇ ਉਹ ਜਦੋਂ ਪਾਇਆ ਗਿਆ ਤੇ ਐਂਡ ਤੇ ਨਾਂ ਨਿਕਲਿਆ ਅਕਨ ਬਿਨ ਮੁਕਰਮੀ ਦਾ। ਯਸ਼ੂਆ ਨੇ ਉਹਨੂੰ ਬੁਲਾ ਲਿਆ। ਉਹਨੇ ਕਿਹਾ ਮੇਰੇ ਬੇਟੇ ਤੂੰ ਇਹ ਕੀ ਕੀਤਾ? ਤੇ ਪ੍ਰਭੂ ਨੇ ਪਤਾ ਕੀ ਕਿਹਾ? ਇਹਦੀ ਸਜ਼ਾ ਕੀ ਹੈ? ਇਹਦੇ ਪੂਰੇ ਖਾਨਦਾਨ ਨੂੰ ਸੰਸਾਰ ਕਰਤਾ। ਗਲਤੀ ਕਿਹਦੀ ਹੈ? ਇੱਕ ਆਦਮੀ ਦੀ। 30,000 ਇਸਰਾਇਲੀ ਵੀ ਮਰ ਗਿਆ, ਉਹਦਾ ਆਪਣਾ ਖਾਨਦਾਨ ਵੀ ਮਰ ਗਿਆ। ਉਹਨੇ ਲਾਲਚ ਦੇ ਦੁਆਰਾ ਇਹ ਕੰਮ ਕੀਤਾ। ਤੇ ਲਾਲਚ ਜਿਹੜਾ ਵੇ, ਪ੍ਰਭੂ ਕਹਿੰਦਾ ਇਫਸੀਓ ਦੇ ਖੱਤ 5:5 ਆਇਤ ਚ ਕਹਿੰਦੇ ਨੇ ਕਿ ਲਾਲਚ ਜਿਹੜਾ ਵੇ ਉਹ ਜਾਦੂਗਰੀ ਦੇ ਮੁਤਰਾਦਿਫ। ਲਾਲਚ ਤੇ ਜਾਦੂਗਰੀ ਬਰਾਬਰ ਹੈ, ਇੱਕੋ ਹੀ ਸ਼ੈ ਨੇ ਇਹ ਦੋਵੇਂ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ। ਇਫਸੀਓ 5:5 ਠੀਕ ਹੋ ਗਿਆ। ਉਸ ਤੋਂ ਬਾਅਦ ਸਾਡੀਆਂ ਆਦਤਾਂ ਨੇ ਜਿਹੜੀਆਂ ਗੁਨਾਹ ਬਣ ਜਾਂਦੀਆਂ। ਕੋਈ ਜਨ ਥੋੜਾ ਮੈਨੂੰ ਗਾਈਡ ਕਰੇਗਾ ਕਿ ਆਦਤਾਂ ਗੁਨਾਹ ਕਿਸ ਤਰ੍ਹਾਂ ਬਣਦੀਆਂ? ਕੋਈ ਆਈਡੀਆ ਹੈ? ਆਦਤਾਂ ਗੁਨਾਹ ਬਣਦੀਆਂ ਨੇ ਕਿਸ ਤਰ੍ਹਾਂ? ਝੂਠ ਬੋਲਣਾ ਆਦਤ ਹੁੰਦੀ ਕੁਝ ਲੋਕਾਂ ਦੀ। ਝੂਠੀ ਕਸਮ ਐਵੇਂ ਚੁੱਕ ਲੈਣਾ ਆਦਤ ਹੈ। ਸ਼ੇਖੀ ਮਾਰ ਦੇਣਾ ਆਦਤ ਹੈ। ਹਰ ਗੱਲ ਤੋਂ ਗਾਲ ਕਰਨੀ, ਗਾਲ ਕੱਢ ਦੇਣਾ ਆਦਤ ਹੈ ਜੀ। ਮੇਰਾ ਤਕੀਆ ਕਲਾਮ। ਨਫ਼ਰਤ ਰੱਖਣੀ, ਹਿਰਸ ਕਰਨਾ, ਫਰੇਬ ਦੇਣਾ, ਧੋਖਾ ਦੇਣਾ, ਇਹ ਆਦਤਾਂ ਬਣ ਜਾਂਦੀਆਂ ਨੇ ਜਿਹੜੀਆਂ ਗੁਨਾਹ ਦੀ ਸੂਰਤ ਇਖਤਿਆਰ ਕਰ ਜਾਂਦੀਆਂ। ਤੇ ਪ੍ਰਭੂ ਨੂੰ ਉਹਦੇ ਤੋਂ ਨਫ਼ਰਤ ਹੈਗੀ। ਕਹੋਤਾ ਵਿੱਚ ਇਮਸਾਲ 6 ਅਧਿਆਏ 6 ਬਾਬ ਉਹਦੀ 16 ਤੋਂ 19 ਆਇਤ ਤੁਸੀਂ ਪੜੋ। ਉੱਥੇ ਲਿਖਿਆ 6 ਨਹੀਂ 7 ਚੀਜ਼ਾਂ ਤੋਂ ਖੁਦਾ ਨੂੰ ਨਫ਼ਰਤ ਹੈਗੀ। ਸਾਰੀਆਂ ਵਿੱਚ ਪ੍ਰਭੂ ਨੂੰ ਨਫ਼ਰਤ ਹੈਗੀ, ਲੇਕਿਨ ਸਾਡੀਆਂ ਆਦਤਾਂ ਨੇ, ਅਸੀਂ ਉਹਦੇ ਤੋਂ ਕੀ ਕਰਨੇ ਆ? ਸ਼ੈਤਾਨ ਦੇ ਲਈ ਬੂਆ ਖੋਲ ਦਿੰਦੇ ਆ ਜਾਓ। ਅਸੀਂ ਸਮਝਦੇ ਝੂਠ ਇੱਕ ਨਾਰਮਲ ਜੀ ਗੱਲ ਹੈ ਯਾਰ, ਕੀ ਫਰਕ ਪੈਂਦਾ। ਮੇਰੀ ਇੱਕ ਬੰਦੇ ਨਾਲ ਗੱਲ ਹੋ ਰਹੀ 4-5 ਜੁਮੇ ਪਹਿਲੇ। ਉਸ ਦਿਨ ਮੇਰਾ ਆਫ ਨਹੀਂ ਸੀ ਤੇ ਮੈਂ ਡਿਊਟੀ ਸੀ। ਮੇਰੇ ਕੋਲ ਆਇਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਛੱਡ ਦੇ ਭਾਈ, ਤੇਰੀ ਜ਼ਿੰਦਗੀ ਦੇ ਵਿੱਚ, ਤੇਰੇ ਬਿਜ਼ਨਸ ਦੇ ਵਿੱਚ ਤੈਨੂੰ ਕਾਮਯਾਬੀ ਨਹੀਂ ਮਿਲਦੀ ਹੈਗੀ। ਤੂੰ ਹਮੇਸ਼ਾ ਮਾਰ ਖਾਣਾ ਹੈ ਇਸ ਵਾਸਤੇ ਕਿ ਤੂੰ ਸੱਚੇ ਤੌਰ ਨਾਲ ਨਹੀਂ ਚੱਲਦਾ ਪ੍ਰਭੂ ਦੇ ਨਾਲ। ਤੂੰ ਝੂਠ ਮਾਰਨਾ ਬਹੁਤ ਔਖਾ। ਪਰ ਕਹਿੰਦੀ ਮੈਂ ਤਾਂ ਨਹੀਂ ਝੂਠ ਮਾਰਦਾ ਕਿਸੇ ਨੂੰ। ਮੈਂ ਕਿਹਾ ਦੇਖ, ਤੇਰੇ ਤੇ ਮੇਰੇ ਦਰਮਿਆਨ ਸਿਰਫ ਖੁਦਾ ਦਾ ਪਵਿੱਤਰ ਆਤਮਾ ਹੈ। ਮੈਂ ਅੱਗੇ ਤੈਨੂੰ ਕੁਛ ਨਹੀਂ ਕਹਾਂਗਾ। ਉਹ ਜੀ ਕਦੀ ਕਦੀ ਫਿਰ ਮਾਰਨਾ ਪੈ ਜਾਂਦਾ ਹੈਗਾ, ਫਿਰ ਲੈਣ ਦੇਣ ਦੇ ਵਿੱਚ। ਮੈਂ ਕਿਹਾ ਭਾਈ ਇਹੋ ਹੀ ਗੱਲ ਤੂੰ ਪਹਿਲੇ ਮੰਨ ਜਾ ਤੇ ਛੱਡ ਦੇ ਉਹਨੂੰ। ਉਹਨੇ ਬੂਹਾ ਖੋਲਿਆ ਕਿਹਦੇ ਵਾਸਤੇ? ਇਬਲੀਸ ਵਾਸਤੇ, ਸ਼ੈਤਾਨ ਵਾਸਤੇ ਖੋਲਿਆ। ਸ਼ੈਤਾਨ ਐਂਟਰ ਹੋਏ, ਝੂਠ ਮਾਰਿਆ ਸੀ, ਬੂਹਾ ਖੁੱਲ ਗਿਆ, ਐਂਟਰ ਹੋ ਗਿਆ। ਸ਼ੇਖੀ ਮਾਰ ਦਿੱਤੀ, ਗਰੂਰ ਕਰ ਲਿਆ, ਕਮੰਡ ਕਰ ਲਿਆ। ਕਮੰਡ ਕਰਨ ਨਾਲ ਵੀ ਇਬਲੀਸ ਐਂਟਰ ਹੋ ਜਾਂਦਾ। ਅਯੂਬ ਦੀ ਕਿਤਾਬ 41 ਬਾਬ ਉਹਦੀ ਆਖਰੀ 2 ਆਇਤਾਂ 'ਚ ਲਿਖਿਆ ਕਿ ਇਬਲੀਸ ਮਗਰੂਰਾਂ ਦਾ ਬਾਦਸ਼ਾਹ ਹੈ। ਤੇ ਸਾਡਾ ਬਾਦਸ਼ਾਹ ਕੌਣ ਹੈ? ਯਹੋਵਾ। ਸਾਡਾ ਯਹੋਵਾ ਖੁਦਾ, ਸਾਡਾ ਪਵਿੱਤਰ ਪਿਤਾ, ਸਾਡਾ ਬਾਦਸ਼ਾਹ ਹੈ। ਇਸ ਵਾਸਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਬੂਹਾ ਖੋਲ ਦਿੰਦੀਆਂ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ ਬੂਹਾ ਖੁੱਲ ਗਿਆ, ਐਂਟਰ ਹੋ ਗਿਆ। ਕਹੋਤਾ 19:9 ਚ ਲਿਖਿਆ ਹੋਵੇ ਕਿ ਝੂਠ ਬੋਲਣ ਵਾਲਾ ਫਨਾਹ ਹੋ ਜਾਏਗਾ, ਬਰਬਾਦ, ਖਤਮ ਹੋ ਜਾਏਗਾ। ਫਨਾਹ ਦਾ ਮਤਲਬ ਹੁੰਦਾ ਖਤਮ ਹੋ ਜਾਣਾ। ਮਗਰ ਅਸੀਂ, ਸਾਡੀ ਨਫ਼ਰਤ ਹੀ ਨਹੀਂ ਮੁੱਕਦੀ। ਸਾਨੂੰ ਕਿਸੇ ਨੇ
ਕੋਈ ਦਗਾ ਦੇ ਦਿੱਤਾ, ਕੋਈ ਝੂਠ ਮਾਰਤਾ, ਸਾਨੂੰ ਨੁਕਸਾਨ ਪਹੁੰਚਾਤਾ, ਅਸੀਂ ਉਹਦੇ ਕੋਲ ਇੰਨੀ ਕੁ ਨਫ਼ਰਤ ਕਰ ਰਹੇ ਹਾਂ। ਹਾਲਾਂਕਿ ਪ੍ਰਭੂ ਨੇ ਸਾਨੂੰ ਨਫ਼ਰਤ ਦੀ ਨਹੀਂ, ਕਿਹੜੀ ਰੂਹ ਦਿੱਤੀ ਹੈ? ਦਲੇਰੀ ਆਤਮਾ, ਦਲੇਰੀ ਦੀ ਤੇ ਨਾਲੇ ਮੁਹੱਬਤ ਦੀ। ਖੁਦਾ ਮੁਹੱਬਤ ਹੈ, ਲਿਖਿਆ ਹੈ ਬਾਣੀ ਦੇ ਵਿੱਚ ਖੁਦਾ ਮੁਹੱਬਤ ਹੈ, ਤੇ ਜਿਹੜਾ ਖੁਦਾ ਨੂੰ ਨਹੀਂ ਜਾਣਦਾ ਉਹ ਮੁਹੱਬਤ ਕਰਨਾ ਵੀ ਨਹੀਂ ਜਾਣਦਾ, ਤੇ ਜਿਹੜੀ ਮੁਹੱਬਤ ਦਾ ਨਹੀਂ ਪਤਾ ਉਹ ਖੁਦਾ ਨੂੰ ਨਹੀਂ ਜਾਣਦਾ। ਉਹ ਭਾਵੇਂ ਕਹੀ ਜਾਏ ਕਿ ਮੈਂ ਖੁਦਾ ਨੂੰ ਜਾਣਦਾ, ਲੇਕਿਨ ਸਾਡੀ ਗੱਲ ਹੁੰਦੀ ਨਹੀਂ ਜੀ ਨਹੀਂ, ਮੈਂ ਤੇ ਮਾਫ ਕਰਨਾ ਹੀ ਨਹੀਂ ਕਿਸੇ ਨੂੰ, ਮੈਂ ਨਹੀਂ ਕਰਨਾ। ਇਹ ਵੀ ਬੜਾ ਵੱਡਾ ਫੈਕਟਰ ਮਾਫੀ ਦਾ। ਮਾਫ ਨਹੀਂ ਕਰਨਾ ਅਸੀਂ ਕਿਸੇ ਨੂੰ। ਝੂਠ ਵਗੈਰਾ ਬੋਲ ਕੇ ਅਸੀਂ ਇਬਲੀਸ ਦੀ ਦਰਵਾਜ਼ਾ ਖੋਲ ਦੇਣਾ, ਉਹਨੇ ਐਂਟਰ ਹੋ ਜਾਣਾ, ਉਹ ਵੀ ਇੱਕ ਫੈਕਟਰ ਹੈ। ਤੇ ਇਹ ਫੈਕਟਰ ਉਹ ਵੇ ਜਿਸ ਫੈਕਟਰ ਦੀ ਵਜ੍ਹਾ ਨਾਲ ਇਬਲੀਸ ਤੁਹਾਡੀ ਜ਼ਿੰਦਗੀ 'ਚ ਐਸਾ ਕਾਰਨਾਮਾ ਅੰਜਾਮ ਦਿੰਦਾ ਕਿ ਤੁਹਾਡੀ ਜ਼ਿੰਦਗੀ ਨੂੰ ਜ਼ਹਿਰ ਕਰ ਦਿੰਦਾ। ਅਸੀਂ ਮਾਫ ਕਰਨਾ ਨਹੀਂ ਜਾਣਦੇ। ਕਿਸੇ ਨੇ ਕੋਈ ਗਲਤੀ ਕੀਤੀ ਅਸੀਂ ਨਹੀਂ ਮਾਫ ਕਰਦੇ। ਮੈਂ ਕਈ ਵਾਰੀ ਪਹਿਲੇ ਵੀ ਦੱਸ ਚੁੱਕਾ ਕਿ ਦੁਨੀਆ ਦੇ ਵਿੱਚ ਤਕਰੀਬਨ 4300 ਤੋਂ ਜ਼ਿਆਦਾ ਧਰਮ ਹੈਗੇ ਨੇ, ਮਜ਼ਹਬ ਹੈਗੇ ਨੇ, ਲੇਕਿਨ ਇਹ ਉਹ ਬਾਣੀ ਹੈ, ਇਹ ਉਹ ਯਹੋਵਾ ਦਾ ਕਲਾਮ ਹੈ, ਖੁਦਾ ਦਾ ਕਲਾਮ ਹੈ, ਉਹਦੇ ਮੂੰਹ ਦੀਆਂ ਗੱਲਾਂ ਨੇ ਜਿੰਦੇ 'ਚ ਲਿਖਿਆ ਹੋਵੇ ਕਿ ਤੂੰ ਕੀ ਕਰਨਾ, ਆਪਣੇ ਦੁਸ਼ਮਣ ਨਾਲ ਪਿਆਰ ਕਰ। ਯਿਸੂ ਨੇ ਕਿਹਾ ਆਪਣੇ ਨੂੰ, ਤੇ ਯਿਸੂ ਕਹਿੰਦਾ ਮੈਂ ਆਪਣੇ ਤੋਂ ਕੁਝ ਨਹੀਂ ਕਹਿੰਦਾ, ਜੋ ਬਾਪ ਮੈਨੂੰ ਕਹਿੰਦਾ ਮੈਂ ਉਹ ਕਹਿਣਾ। ਉਹ ਕਹਿੰਦਾ ਆਪਣੇ ਦੁਸ਼ਮਣਾਂ ਨਾਲ ਪਿਆਰ ਕਰ, ਉਹ ਭੁੱਖਾ ਹੈ ਉਹਨੂੰ ਰੋਟੀ ਖਵਾ, ਉਹ ਪਿਆਸਾ ਉਹਨੂੰ ਪਾਣੀ ਪਿਆ। ਅਸੀਂ ਕਹਿੰਦੇ ਆ ਭਾਈ ਇਹਨੇ ਮੇਰੇ ਪੈਸੇ ਮਾਰ ਲੈਣੇ, ਮੈਂ ਤੇ ਨਹੀਂ ਇਹਨੂੰ ਮਾਫ ਕਰ। ਤੇ ਬੂਆ ਕਿਤੇ ਨਹੀਂ ਖੋਲ ਦਿੱਤਾ। ਤੇ ਇਬਲੀਸ ਕੀ ਕਰੇਗਾ ਆਕੇ? ਬਰਬਾਦ ਕਰੇਗਾ, ਡਰਾਏਗਾ, ਧਮਕਾਏਗਾ, ਤੁਹਾਨੂੰ ਬਰਬਾਦੀ ਲੈ ਜਾਏਗਾ, ਰੋੜ ਕੇ ਮਾਰ, ਉਹ ਤੋੜ ਦੇਗਾ ਉਸ ਰਸਤੇ ਉੱਤੇ ਕਿ ਤੁਸੀਂ ਬਰਬਾਦ ਹੋ। ਅਸੀਂ ਮਾਫ ਕਰਨਾ ਜਾਣਦੇ ਨਹੀਂ। ਮੱਤੀ ਦੀ ਅੰਜੀਲ ਉਹਦਾ 6 ਬਾਬ 14-15 ਤੇ ਲਿਖਿਆ ਹੈ ਕਿ ਆਦਮੀਆਂ ਦੇ ਕਸੂਰ ਮਾਫ ਕਰੋ, ਮਨੁੱਖਾਂ ਦੇ ਗੁਨਾਹ ਮਾਫ ਕਰੋ। ਸਾਡੇ ਵੀ ਗੁਨਾਹਗਾਰ ਹੋਏ ਲੋਕ, ਅਸੀਂ ਵੀ ਕਿਸੇ ਦੇ ਗੁਨਾਹਗਾਰ ਹੋਵਾਂਗੇ। ਅਸੀਂ ਦਾਇਰ ਬਾਣੀ 'ਚ ਪੜ੍ਹਨੇ ਆ ਕਿ ਸਾਡੇ ਗੁਨਾਹ ਸਾਨੂੰ ਬਖਸ਼ ਦੇ, ਕਿਸੇ ਦਾ ਨਹੀਂ ਅਸੀਂ ਬਖਸ਼ਣਾ। ਜਦੋਂ ਅਸੀਂ ਮਾਫੀ ਨਹੀਂ ਦੇ ਸਕਦੇ ਕਿਸੇ ਨੂੰ, ਤੇ ਇਹਦਾ ਮਤਲਬ ਹੈ ਕਿ ਇਬਲੀਸ ਸਾਡੇ ਅੰਦਰ ਕੰਮ ਕਰ ਰਿਹਾ। ਪ੍ਰਭੂ ਦੀ ਬਾਣੀ 'ਚ ਹੁਕਮ ਕੀ ਹੈ ਸਾਡੇ ਵਾਸਤੇ ਕਿ ਅਸੀਂ ਕੀ ਕਰਨਾ ਹੈ? ਵੈਰੀਅਨ ਮਾਫ ਕਰਨਾ ਹੈ। ਸਾਡੇ ਅੰਦਰ ਇਹ ਸਪਿਰਿਟ ਹੋਣੀ ਚਾਹੀਦੀ ਹੈ, ਤੇ ਇਹ ਸਪਿਰਿਟ, ਇਹ ਰੂਹ ਉਦੋਂ ਹੀ ਹੁੰਦੀ ਹੈ ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਹੁੰਦੇ ਨੇ। ਯੂਹੰਨਾ 14:23-24 ਜਾਂ 15-16 ਆਇਤ 'ਚ ਕੀ ਲਿਖਿਆ ਹੈ ਕਿ ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖੋ, ਯਿਸੂ ਕਹਿੰਦੇ ਨੇ ਕਿ ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖੋ ਤੇ ਮੇਰੇ ਹੁਕਮਾਂ ਤੇ ਅਮਲ ਕਰੋ। ਦੋ ਕੰਡੀਸ਼ਨਾਂ, ਦੋ। 23-24 'ਚ ਪ੍ਰਭੂ ਯਿਸੂ ਕਹਿੰਦੇ ਨੇ ਮੈਂ ਤੇ ਮੇਰਾ ਬਾਪ ਤੇ ਪਵਿੱਤਰ ਆਤਮਾ ਅਸੀਂ ਤੁਹਾਡੇ ਨਾਲ ਆ ਕੇ ਰਵਾਂਗੇ। ਹਾਲੇਲੂਇਆ। ਮਗਰ ਸ਼ਰਤ ਕੀ ਹੈ? ਹੁਕਮਾਂ ਦੀ ਪਾਲਣਾ, ਮੁਹੱਬਤ ਕਿਹਦੇ ਨਾਲ? ਪ੍ਰਭੂ ਨਾਲ, ਪੂਰੇ ਦਿਲ, ਪੂਰੀ ਜਾਨ, ਪੂਰੀ ਅਕਲ ਦੇ ਨਾਲ ਮੁਹੱਬਤ ਰੱਖਣੀ ਹੈ। ਫਿਰ ਪ੍ਰਭੂ ਤੁਹਾਡੇ ਨਾਲ ਆ ਕੇ ਰਹਿਣਗੇ। ਤੇ ਜਦੋਂ ਅਸੀਂ ਇੰਜ ਨਹੀਂ ਕਰਦੇ, ਕਿਸੇ ਨੂੰ ਮਾਫ ਨਹੀਂ ਕਰਦੇ, ਤੇ ਫਿਰ ਕੌਣ ਆਉਂਦਾ? ਇਬਲੀਸ ਆਉਂਦਾ ਹੈ। ਉਹ ਰਹਿੰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਬੇਕਾਰ ਕਰ ਦਿੰਦਾ ਤੁਹਾਡੀ ਜ਼ਿੰਦਗੀ ਨੂੰ, ਤਕਲੀਫ, ਟੈਨਸ਼ਨ ਹੀ ਰੱਖਦਾ ਹੈਗਾ। ਮੈਂ ਐਸੇ ਲੋਕ ਦੇਖੇ ਨੇ ਜਿਹੜੇ ਕਹਿੰਦੇ ਨੇ ਮੈਨੂੰ ਉਹਦੇ ਨਾਲ ਨਫ਼ਰਤ ਹੈ, ਮੈਂ ਮਾਫ ਨਹੀਂ ਕਰਨਾ। ਜੇ ਉਹਨਾਂ ਨੂੰ ਕਲਾਮ ਕੱਢ ਕੇ ਦਿੱਤਾ ਕਿ ਇਹ ਕਲਾਮ 'ਚ ਤੇ ਇਹ ਲਿਖਿਆ ਹੋਵੇ, ਮੱਤੀ 6:14-15 'ਚ ਇਹ ਲਿਖਿਆ ਹੋਵੇ, ਲੂਕਾ ਦੀ ਇੰਜੀਲ 6:37 'ਚ ਲਿਖਿਆ ਹੈ ਕਿ ਜਿਸ ਤਰ੍ਹਾਂ ਤੁਹਾਡਾ ਬਾਪ ਰਹਿਮ ਦਿਲ ਹੈਗਾ, ਤੁਸੀਂ ਵੀ ਰਹਿਮ ਕਰੋ, ਮੁਆਫ ਕਰੋ, ਕਸੂਰਾਂ ਨੂੰ ਮਾਫ ਕਰੋ। ਮਗਰ ਉਹ ਕਹਿੰਦੇ ਅਸੀਂ ਤੇ ਮਨੁੱਖ ਹੈਗੇ ਆ, ਅਸੀਂ ਮਸੀਹ ਥੋੜੀ ਬਣ ਸਕਦੇ ਹਾਂ। ਉਹ ਮਸੀਹ ਕੋਈ ਵੀ ਨਹੀਂ ਬਣ ਸਕਦਾ, ਲੇਕਿਨ ਪ੍ਰਭੂ ਯਿਸੂ ਕਹਿੰਦੇ ਨੇ ਬਾਣੀ 'ਚ ਲਿਖਿਆ ਹੋਵੇ ਕਿ ਮਸੀਹ ਵਰਗੇ ਬਣੋ। ਮਸੀਹ ਨਹੀਂ ਬਣ ਸਕਦਾ ਕੋਈ, ਲੇਕਿਨ ਉਹਦੇ ਵਰਗੇ ਤੇ ਬਣਿਆ ਜਾ ਸਕਦਾ ਨਾ, ਕਿ ਨਹੀਂ ਬਣਿਆ ਜਾ ਸਕਦਾ? ਹੁਣ ਮੁਕਰਰਬ ਫਰਿਸ਼ਤਾ, ਪ੍ਰਧਾਨ ਫਰਿਸ਼ਤਾ, ਉਹਦਾ ਨਾਮ ਹੈਗਾ ਮਕਾਈਲ। ਉਹਦੇ ਨਾਮ ਦਾ ਮਤਲਬ ਕੀ ਹੈ ਜਸਵਿੰਦਰ? ਮਿਕਾਇਲ ਦੇ ਨਾਂ ਦਾ ਮਤਲਬ ਹੈਗਾ ਖੁਦਾ ਵਰਗਾ, ਪ੍ਰਭੂ ਵਰਗਾ। ਪ੍ਰਭੂ ਨਹੀਂ ਹੈਗਾ ਉਹ, ਲੇਕਿਨ ਕੀ ਹੈ? ਅਸੀਂ ਵੀ ਮਸੀਹ ਵਰਗੇ ਬਣ ਸਕਦੇ ਹਾਂ। ਜੇ ਕਿਸੇ ਨੂੰ ਕਲਾਮ ਕੱਢ ਕੇ ਦਿਓ ਨਾ ਜੀ ਮੈਂ ਤੇ ਨਹੀਂ ਹੋ ਸਕਦਾ, ਨਹੀਂ ਮੈਂ ਤੇ ਨਹੀਂ ਮਾਫ ਕਰ। ਅਗਰ ਤੁਸੀਂ ਮਾਫ ਨਹੀਂ ਕਰੋਗੇ, ਤੁਸੀਂ ਇਬਲੀਸ ਦੀ ਦਰਵਾਜ਼ਾ ਖੋਲਦਾ, ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦੇਗਾ, ਤਬਾਹ ਕਰ ਦੇਗਾ। ਮਗਰ ਅਸੀਂ ਆਪਣੀ ਜ਼ਿੱਦ, ਆਪਣੀ ਅਨਾ, ਆਪਣੇ ਘਮੰਡ ਤੋਂ ਬਾਹਰ ਹੀ ਨਹੀਂ ਆਉਂਦੇ।
ਮੇਰੇ ਘਰ ਬਾਬਾ ਜੀ 10 ਨੌਕਰ ਤੇ ਇਹਨੇ ਮੇਰੇ ਨਾਲ ਬਦਤਮੀਜ਼ੀ ਕਰ ਦਿੱਤੀ, ਇਹਦੀ ਇੰਨੀ ਜ਼ਰੂਰਤ ਕਿੰਨੇ ਮੇਰੇ ਨਾਲ ਬਦਤਮੀਜ਼ੀ ਕਰ, ਮੈਂ ਨਹੀਂ ਇਹਨੂੰ ਮਾਫ ਕਰ। ਤੇ ਕੌਣ ਆ ਗਿਆ? ਪਲੀਜ਼ ਕੀ ਕਰਨ? ਜ਼ਿੰਦਗੀ ਤਬਾਹ ਕਰਨ। ਹੁਣ ਅਸੀਂ ਆਪਣਾ ਡਿਫੈਂਸ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਜਲਦੀ ਦੇਖਾਂਗੇ ਅਸੀਂ ਆਪਣਾ ਡਿਫੈਂਸ ਕਿਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਆਪਣਾ ਡਿਫੈਂਸ ਕਰ ਸਕਦੇ ਹਾਂ ਇਸ ਗੱਲ ਦਾ ਇਕਰਾਰ ਕਰਕੇ ਕਿ ਪ੍ਰਭੂ ਯਿਸੂ ਕੌਣ ਨੇ? ਪ੍ਰਭੂ ਦੇ ਪੁੱਤਰ ਨੇ। ਇਸ ਗੱਲ ਦਾ ਇਤਰਾਫ ਕਰਕੇ ਅਸੀਂ ਆਪਣਾ ਡਿਫੈਂਸ ਸਿਸਟਮ ਲਾ ਸਕਨੇ ਹੈਗੇ, ਬਾੜ ਲਾ ਸਕਨੇ। ਲੇਕਿਨ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਾੜ ਨਾ ਲੱਗਣ ਦੀ ਜਾਂ ਇਬਲੀਸ ਨੂੰ ਮੌਕਾ ਦੇਣ ਦੀ? ਕੀ ਹੈ ਸਭ ਤੋਂ ਵੱਡੀ ਗਲਤੀ? ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਸੰਤਾਨ ਨੂੰ, ਆਪਣੀ ਔਲਾਦ ਨੂੰ ਸਿਖਾਉਂਦੇ ਹੀ ਨਹੀਂ ਕਿ ਇਬਲੀਸ ਨਾਲ ਲੜਨਾ ਕਿੱਦਾਂ। ਸਾਡਾ ਫੋਕਸ ਕੀ ਹੁੰਦਾ? ਅੱਛਾ ਚਰਚ ਗਏ ਹੋ, ਅੱਛਾ ਚਰਚ ਜਾ ਰਹੇ ਹੋ, ਓਕੇ ਵੈਰੀ ਗੁੱਡ। ਦੁਆ ਕਰ ਰਹੇ ਹੋ, ਓਕੇ। ਬਾਈਬਲ ਪੜ੍ਹਨਾ, ਹਾਂਜੀ ਪੜ੍ਹਨਾ। ਰੋਜ਼ ਪੜ੍ਹਨਾ, ਰੋਜ਼ ਪੜ੍ਹਨਾ। ਅੱਛਾ ਕਦੀ ਇਹਨੂੰ ਅਸੀਂ ਪੁੱਛਿਆ ਨਹੀਂ, ਅੱਛਾ ਪੁੱਤਰ ਤੂੰ ਕਿਹੜੀ ਕਿਤਾਬ ਦੇਗਾ? ਅੱਜ ਤੂੰ ਚੈਪਟਰ ਪੜ੍ਹਿਆ ਸੀ, ਕਿਹੜਾ ਪੜ੍ਹਿਆ ਸੀ, ਉਹਦੇ 'ਚ ਕੀ ਸੀ? ਅਸੀਂ ਡਿਫੈਂਸ ਕਰਨਾ ਉਹਨੂੰ ਨਹੀਂ ਸਿਖਾਉਂਦੇ। ਅਸੀਂ ਆਮ ਜ਼ਿੰਦਗੀ ਕਰਾਂਗੇ, ਅੱਛਾ ਕੋਈ ਤੇਰੇ ਨਾਲ ਲੜ ਪਏ ਨਾ, ਕਸੁੰਨ ਮਾਰ ਕੇ ਨੱਕ ਮੂੰਹ ਪਾੜ ਦੀ, ਲਿਹਾਜ਼ ਨਾ ਕਰੀ। ਇਹ ਅਸੀਂ ਉਹਨੂੰ ਜ਼ਰੂਰ ਸਿਖਾਉਂਦੇ, ਮਗਰ ਅਸੀਂ ਉਹਨੂੰ ਇਹ ਨਹੀਂ ਸਿਖਾਉਂਦੇ ਕਿ ਉਹਨੇ ਇਬਲੀਸ ਦੇ ਖਿਲਾਫ ਖਲੋਣਾ ਕਿਸ ਤਰ੍ਹਾਂ, ਇਬਲੀਸ ਨਾਲ ਮੁਕਾਬਲਾ ਕਿੱਦਾਂ ਕਰਨਾ। ਇਹ ਸਭ ਤੋਂ ਵੱਡਾ ਸਾਡਾ ਡਰਾਬੈਕ ਜੀ। ਪ੍ਰਭੂ ਨੇ ਕਿਹਾ ਸੀ ਸੌਂਦੇ ਉੱਠਦੇ ਜਾਗਦੇ, ਇਸ ਤਸ਼ਨਾ ਵਿੱਚ ਬਿਪਤਾ ਦੇ ਸਾਥ ਵਿੱਚ ਪ੍ਰਭੂ ਕਹਿੰਦੇ ਨੇ ਕਿ ਸੌਂਦੇ ਉੱਠਦੇ ਜਾਗਦੇ ਆਪਣੇ ਬੱਚਿਆਂ ਨੂੰ ਤਾਲੀਮ ਦਿਵੋ, ਬਾਣੀ ਦੀ ਤਾਲੀਮ ਦਿਵੋ ਤਾਂ ਕਿ ਉਹਨਾਂ ਨੂੰ ਪਤਾ ਹੈ। ਇਸਰਾਇਲੀ ਅੱਜ ਵੀ ਜਦੋਂ ਔਰਤ ਗਰਭਵਤੀ ਹੁੰਦੀ ਹੈ, ਹਮਲਾ ਹੁੰਦੀ ਹੈ, ਤੇ ਉਹ ਸ਼ਰੀਅਤ ਬਾਈਬਲ ਪੜ੍ਹਦੀ ਹੈ, ਉਹ ਕੀ ਨਾਮ ਹੈ, ਤੌਰਤ ਪੜ੍ਹਦੀ ਰਹਿੰਦੀ ਹੈ। ਤੇ ਬੱਚਾ ਪੈਦਾ ਹੋਣ ਤੋਂ ਪਹਿਲੇ 5000 ਲਫ਼ਜ਼ ਆਪਣੇ ਦਿਮਾਗ 'ਚ ਸਟੋਰ ਕਰਕੇ ਪੈਦਾ, 5000 ਲਫ਼ਜ਼ ਉਹ ਸਟੋਰ ਕਰਦਾ ਆਪਣੇ ਦਿਮਾਗ 'ਚ, ਫਿਰ ਆਉਂਦਾ ਦੁਨੀਆ ਦੇ ਵਿੱਚ। ਇਹ ਸਾਡੀ ਸਭ ਤੋਂ ਵੱਡੀ ਗਲਤੀ। ਦੂਸਰੀ, ਸਾਨੂੰ ਹੰਬਲ ਹੋਣਾ ਹੈ, ਆਜਿਜ਼ ਹੋਣਾ ਹੈ। ਆਜਿਜ਼ ਨੂੰ ਪੰਜਾਬੀ 'ਚ ਆਜਿਜ਼ ਨੂੰ ਕੀ ਕਹਾਂਗੇ? ਨਰਮਤਾਈ। ਨਰਮਤਾਈ कैसे? ਨਰਮ ਹੋਣਾ, ਹਲੀਮ ਹੋਣਾ। ਸਾਡੇ ਲਈ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਨੀਵੇਂ ਰੱਖਣਾ। ਸਾਡੇ ਅੰਦਰ ਸ਼ੇਖੀ ਨਹੀਂ ਹੋਣੀ ਚਾਹੀਦੀ। ਅਸੀਂ ਪ੍ਰਭੂ ਦੇ ਅਧੀਨ ਹੋਣੇ ਚਾਹੀਦੇ। ਇਹ ਨਹੀਂ ਗੱਲ। ਹੁਣ ਮੈਂ ਕਹਾਂ ਜੀ ਮੈਨੂੰ ਬਾਈਬਲ ਦਾ ਬੜਾ ਨੌਲੇਜ ਹੈਗਾ, ਮੇਰੇ ਵਗਰਾ ਕਿਸੇ ਕੋਈ ਹੈਗਾ ਹੀ ਨਹੀਂ। ਇਹ ਮੇਰੀ ਆਜਜ਼ੀ ਨਹੀਂ ਹੈਗੀ, ਇਹ ਮੇਰਾ ਗਰੂਰ ਹੈ, ਘਮੰਡ ਹੈ। ਮੈਂ ਬਹੁਤ ਖੂਬਸੂਰਤ ਹਾਂ, ਬਹੁਤ ਹੈਂਡਸਮ ਹਾਂ, ਮੇਰਾ ਘਮੰਡ ਹੈ। ਮੈਨੂੰ ਆਪਣੇ ਭੈਣ ਭਰਾਵਾਂ ਤੇ ਬੜਾ ਮਾਣ ਹੈਗਾ, ਘਮੰਡ ਹੈ। ਮੇਰਾ ਮਾਣ, ਮੇਰਾ ਫਖਰ ਕੌਣ ਹੈ? ਰੱਬ ਖੁਦਾ। ਮੇਰਾ ਮਾਣ ਮੇਰੇ ਭੈਣ ਭਰਾ ਨਹੀਂ ਹੈਗੇ, ਮੇਰਾ ਮਾਣ ਮੇਰਾ ਪ੍ਰਭੂ। ਤੇ ਕਲਾਮ 'ਚ ਲਿਖਿਆ ਹੈ ਉਹ ਮੇਰੇ ਲਾਇਕ ਨਹੀਂ। ਪ੍ਰਭੂ ਕਹਿੰਦੇ ਨੇ ਉਹ ਮੇਰਾ ਲਾਇਕ ਨਹੀਂ ਜਿਹੜਾ ਆਪਣੇ ਬੱਚਿਆਂ ਨੂੰ ਮੇਰੇ ਤੋਂ ਉੱਤੇ ਰੱਖਦਾ, ਆਪਣੇ ਮਾਪਿਓ ਨੂੰ ਮੇਰੇ ਉੱਤੇ ਰੱਖਦਾ, ਆਪਣੇ ਕਿਸੇ ਵੀ ਰਿਸ਼ਤੇ ਨੂੰ ਮੇਰੇ ਤੋਂ ਉੱਤੇ ਰੱਖਦਾ, ਵੱਧ ਪਿਆਰ ਕਰਦਾ। ਉਹ ਪ੍ਰਭੂ ਦੇ ਲਾਇਕ ਨਹੀਂ ਹੈ। ਇਸ ਵਾਸਤੇ ਆਪਣੇ ਅੰਦਰ ਆਜਜ਼ੀ ਲੈ ਕੇ ਆਓ, ਨਰਮਨਾਈ ਲੈ ਕੇ ਆਓ। ਦੂਸਰਾ, ਈਮਾਨਦਾਰੀ ਲੈ ਕੇ ਆਓ। ਈਮਾਨਦਾਰੀ ਬਹੁਤ ਜ਼ਰੂਰੀ ਹੈ। ਈਮਾਨਦਾਰੀ ਸਮਟਾਈਮ ਇਨਸਾਨ ਨੂੰ ਬੇਇੱਜ਼ਤ ਵੀ ਕਰਾ ਦਿੰਦੀ ਹੈ, ਲੇਕਿਨ ਈਮਾਨਦਾਰੀ ਬਹੁਤ ਜ਼ਰੂਰੀ ਹੈ। ਇਸ ਵਾਸਤੇ ਜਿੱਥੇ ਹਾਂ ਕਹਿਣਾ ਉੱਥੇ ਹਾਂ ਕਹੋ, ਜਿੱਥੇ ਨਾ ਕਹਿਣਾ ਉੱਥੇ ਨਾ ਕਹੋ। ਮੱਤੀ ਦੀ ਇੰਜੀਲ ਦੇ 5:37 ਆਇਤ 'ਚ ਲਿਖਿਆ ਜਿੱਥੇ ਹਾਂ ਕਹਿਣਾ ਉੱਥੇ ਹਾਂ ਕਹੋ, ਜਿੱਥੇ ਨਾ ਕਹਿਣਾ ਨਾ ਕਹੋ। ਈਮਾਨਦਾਰੀ ਨਾਲ ਚੱਲੋ, ਮਗਰੂਰੀ ਨਾ ਆਂਦੇ ਹੋ। ਮਗਰੂਰੀ ਆਏਗੀ, ਘਮੰਡ ਆਏਗਾ, ਕੰਮ। ਇਸ ਵਾਸਤੇ ਮਾਫ ਕਰਨਾ ਸੀ ਬਹੁਤ ਜ਼ਰੂਰੀ ਹੈ। ਆਪਣੇ ਅੰਦਰ ਇਹ ਚੀਜ਼ਾਂ ਲੈ ਕੇ ਆਓ, ਆਜਜ਼ੀ ਲੈ ਕੇ ਆਓ। ਕਿਉਂਕਿ ਟਾਈਮ ਸ਼ਾਰਟ ਹੈ, ਮੈਂ ਜ਼ਿਆਦਾ ਐਕਸਟੈਂਡ ਨਹੀਂ ਕਰ ਸਕਦਾ, ਇਸ ਲਈ ਆਪਣੇ ਅੰਦਰ ਹਲੀਮੀ ਲੈ ਕੇ ਆਓ, ਫਰੋਤਨੀ ਲੈ ਕੇ ਆਓ। ਝੂਠ ਤੋਂ, ਸ਼ੇਖੀ ਤੋਂ, ਗਰੂਰ ਤੋਂ, ਘਮੰਡ ਤੋਂ ਦੂਰ ਰਹੋ। ਪ੍ਰਭੂ ਦੀ ਆਰਾਧਨਾ 'ਚ ਰਹੋ। ਆਪਣੀ ਜ਼ਿੰਦਗੀ ਦਾ ਲਾਈਫ ਸਟਾਈਲ ਬਣਾਓ ਕਿ ਤੁਰਦੇ ਫਿਰਦੇ ਪ੍ਰਭੂ ਦੀ ਆਰਾਧਨਾ ਕਰੋ। ਜਦੋਂ ਤੁਸੀਂ ਆਰਾਧਨਾ 'ਚ ਰਹੋਗੇ ਨਾ, ਪ੍ਰਭੂ ਪ੍ਰਸੰਨ ਹੋਣਗੇ, ਪ੍ਰਭੂ ਬਹੁਤ ਖੁਸ਼ ਹੋਣਗੇ, ਖੁਦਾ ਬਹੁਤ ਖੁਸ਼ ਹੋਣਗੇ। ਜੇ ਤੁਸੀਂ ਉਹਨਾਂ ਦੀ ਆਰਾਧਨਾ ਕਰਦੇ ਹੋ, ਉਹਨਾਂ ਦੀ ਤਮਜੀਦ ਕਰਦੇ ਹੋ, ਉਹਦੀ ਸਤਾਇਸ਼ ਕਰਦੇ ਹੋ, ਉਹਦੀ ਸਤੂਤੀ ਕਰਦੇ ਹੋ, ਉਹ ਬਹੁਤ ਖੁਸ਼ ਹੁੰਦੇ। ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ, ਸਤੂਤੀ ਕਰੋ ਉਹਦੀ, ਪ੍ਰਾਰਥਨਾ 'ਚ ਵਧੋ।
ਮਗਰ ਸਾਡੇ ਕੋਲ YouTube ਤੇ TikTok ਤੇ Facebook ਤੇ ਰਹਿਣ ਦਾ ਟਾਈਮ ਹੁੰਦਾ ਹੈ, ਡਰਾਮੇ ਵੇਖਣ ਦਾ ਟਾਈਮ ਹੈਗਾ ਵੇ, ਮਗਰ ਪ੍ਰਭੂ ਦੇ ਅੱਗੇ ਝੁਕਣ ਦਾ ਟਾਈਮ ਨਹੀਂ ਹੈ ਸਾਡੇ। ਅਸੀਂ ਰਾਤ ਸਵੇਰੇ 3 ਵਜੇ ਤੀਕਰ 4 ਵਜੇ ਤੀਕਰ ਅਸੀਂ YouTube ਵਰਤਣੀ ਹੈ, TikTok ਦੇਖ ਲੈਣਾ ਹੈ, ਬਾਣੀ ਨਹੀਂ ਪੜ੍ਹਨੀ, ਪ੍ਰਾਰਥਨਾ ਨਹੀਂ ਕਰਨੀ, ਉੱਠਣਾ ਹੈ ਸਭ ਤੋਂ ਪਹਿਲੇ ਮੋਬਾਈਲ ਦੇਖਣਾ। ਇਹ ਨਹੀਂ ਕਹਿਣਾ ਕਿ ਪ੍ਰਭੂ ਤੇਰਾ ਧੰਨਵਾਦ ਹੋਏ, ਤੂੰ ਮੇਰੇ ਜੀਵਨ 'ਚ ਇੱਕ ਨਵਾਂ ਦਿਨ ਦਿੱਤਾ। ਤੇ ਕਿਆ ਤੁਸੀਂ ਸਮਝਦੇ ਹੋ ਕਿ ਇਬਲੀਸ ਦਾ ਮੁਕਾਬਲਾ ਕਰ ਲੋਗੇ? ਕਦੇ ਵੀ ਨਹੀਂ। ਇਸ ਤਰ੍ਹਾਂ ਇਬਲੀਸ ਤੁਹਾਡੇ ਅੰਦਰ ਵੜਦਾ ਹੈ, ਤੁਹਾਡੇ ਘਰਾਂ 'ਚ ਵੜਦਾ ਹੈ, ਆ ਕੇ ਤੇ ਉਹ ਬਰਬਾਦੀ ਕ੍ਰੀਏਟ ਕਰਦਾ ਹੈ। ਸੋ ਆਪਣੇ ਅੰਦਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ, ਸਾਰਾ ਦਿਨ ਆਰਾਧਨਾ ਕਰੋ। ਆਰਾਧਨਾ, ਪ੍ਰਾਰਥਨਾ ਤੇ ਰੋਜ਼ਾ, ਖੁਦਾ ਦੀ ਪ੍ਰਸਤਿਸ਼, ਦੁਆ ਤੇ ਰੋਜ਼ਾ, ਇਹ ਤਿੰਨ ਚੀਜ਼ਾਂ ਤੁਹਾਨੂੰ ਪ੍ਰਭੂ ਦੇ ਇੰਨੇ ਕੁ ਨੇੜੇ ਲੈ ਜਾਣਗੀਆਂ कि मैनू इकबाल का शेर याद आ गया, खुद ही को कर बुलंद इतना कि खुदा हर तकदीर से पहले खुदा बंदे से खुद पूछे बता तेरी रजा क्या। यानी कि तू इन्ना क मकबूल हो जाए प्रभु के जोर के, प्रभु आप पूछन दस की चाहना। मैं ते भाई साहब हेगे सां ते भाई साहब असी पिछले जुमेरात असी डिस्कस कर रहे सां अयूब नूं, ते असी सिक्ख्या बाइबल चों ही भाई साहब के सवाल दे उत्ते कि अयूब ने आखिरी दुआ की सी। मेरे लिए भी वो बड़ी नवी चीज़ सी सीखने वास्ते उस टाइम तक। अयूब मैं बड़ी दफ़ा पढ़िया, लेकिन पुत्र आत्मा का एक टाइम है तुहानूं समझाउण दा सिखाउण दा। तुसीं एक ही बाब 10 वारी पढ़ोगे 10 वारी नवी चीज़ां सीखोगे ਉਹਦੇ ਵਿੱਚੋਂ। ਇਹ ਬਾਣੀ ਦਾ ਪੁੱਤਰ ਆਤਮਾ ਦਾ ਸਮਝਾਉਣ ਦਾ ਤਰੀਕਾ ਹੈ। ਉੱਥੇ ਕੀ ਹੈ ਕਿ ਪ੍ਰਭੂ ਕਹਿੰਦੇ ਨੇ ਅਯੂਬ ਦੇ ਦੋਸਤਾਂ ਨੂੰ, 3 ਦੋਸਤਾਂ ਨੂੰ, ਕਿ ਤੁਹਾਡਾ ਗੁਨਾਹ ਬਹੁਤ ਵੱਡਾ, ਮੈਂ ਤੁਹਾਨੂੰ ਮਾਫ ਨਹੀਂ ਕਰਾਂਗਾ। ਹਾਂ, ਅਗਰ ਮੇਰਾ ਬੰਦਾ ਅਯੂਬ ਮੇਰੇ ਹਜ਼ੂਰ ਦੁਆ ਕਰੇ ਤਾਂ ਮੈਂ ਮਾਫ ਕਰ ਦਾਂਗਾ ਤੁਹਾਨੂੰ। कैसा कितना मकबूल होया कि प्रभु ने कहा नहीं, वो कहेगा तो मैं तुम छड़ना, वरना मैं नहीं छड़ना। अपने आप को उस लेवल पे लेके आओ। वो किस तरह लेके आओगे? प्रार्थना तो, दुआ तो, रोजे तो ते बाणी तो। वचन तुहाडे हिरदे चों नहीं निकलना चाहिए। तो मैं उम्मीद करना वा, मैनू प्रभु च भरोसा है, विश्वास है कि पवित्र आत्मा तुहानू सिखाणगे। तुसीं पवित्र आत्मा नू मंगो कि तुहाडे उस्ताद होण, तुहानू सिखाण कि तुसी वधो। आमीन, आमीन। हालेलुया, हालेलुया। जय मसीह दी साहब।